ਵਾਹਿਗੁਰੂ। ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ, ਤਿੰਨਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਬੜੇ ਪ੍ਰੇਮ ਸਹਿਤ ਇਕਾਗਰ ਹੋ ਕਰਕੇ ਆਪ ਸੰਗਤ ਨੇ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ। ਆਓ ਇਸ ਅਗੰਮੀ ਫੁਰਮਾਨ ਦੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਗਨ ਮਰੈ ਜਲ ਲੋੜ ਲਹੋ, ਵਿਣ ਗੁਰ ਨਿਧ ਜਲ ਨਾਹੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਇਹ ਪਾਵਨ ਸ਼ਲੋਕ ਲੋਕਾਈ ਦੇ ਭਲੇ ਹਿੱਤ ਆਪਣੇ ਗਲੂਏ ਮੁਬਾਰਕ ਤੋਂ ਪ੍ਰਗਟ ਕਰਦੇ ਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ 1411 ਅੰਗ ਉੱਪਰ ਦਰਜ ਹੈ। ਮਹਾਰਾਜ ਇੱਥੇ ਸਾਨੂੰ ਹੁਕਮ ਕਰਦੇ ਨੇ, ਜੋ ਤ੍ਰਿਸ਼ਨਾ ਦੀ ਅੱਗ ਹੈ, ਉਸ ਅੱਗ ਨੂੰ ਬੁਝਾਉਣ ਦੇ ਲਈ ਨਾਮ ਦਾ ਜਲ ਚਾਹੀਦਾ ਹੈ। ਪਰਮਾਤਮਾ ਦੀ ਵਡਿਆਈ, ਕੀਰਤੀ, ਉਸਤਤੀ, ਉਹ ਐਸਾ ਜਲ ਹੈ ਜੋ ਇਸ ਵਿਕਾਰਾਂ ਦੀ ਅੱਗ ਨੂੰ ਬੁਝਾ ਸਕਦਾ ਹੈ। ਔਰ ਇਹ ਨਾਮ ਦੇ ਜਲ ਨੂੰ ਨਿੱਧ ਵੀ ਕਿਹਾ ਹੈ ਬਾਣੀ ਦੇ ਵਿੱਚ। ਨਿੱਧ ਕੋਸ਼ ਨੂੰ ਕਹਿੰਦੇ ਨੇ, ਖਜ਼ਾਨੇ ਨੂੰ ਕਹਿੰਦੇ ਨੇ, ਨਿੱਧ ਸਮੁੰਦਰ ਨੂੰ ਵੀ ਕਹਿ ਦਿੰਦੇ ਨੇ। ਪਰ ਇਹ ਨਾਮ ਨਿੱਧ ਪ੍ਰਾਪਤ ਕਿੱਥੋਂ ਹੁੰਦਾ ਹੈ? ਮਹਾਰਾਜ ਕਹਿੰਦੇ ਪੂਰੇ ਗੁਰੂ ਦੇ ਪਾਸੋਂ। ਪੂਰਨ ਗੁਰੂ ਤੋਂ ਬਿਨਾ ਨਾਮਦਾਨ ਕੋਈ ਦੇ ਨਹੀਂ ਸਕਦਾ। ਨਾਮ ਦੇ ਜਲ ਤੋਂ ਬਿਨਾ ਵਿਕਾਰਾਂ ਦੀ, ਤ੍ਰਿਸ਼ਨਾ ਦੀ ਅੱਗ ਮਿਟ ਨਹੀਂ ਸਕਦੀ। ਜਿਵੇਂ ਬਾਣੀ ਚ ਆਉਂਦਾ ਹੈ, ਤਿਸਨਾ ਅੰਦਰ ਅਗਨ ਹੈ, ਨਹਿ ਤਿਪਤੈ ਭੁੱਖਾ ਤਿਹਾਇਆ, ਸਹਸਾ ਇਹੋ ਸੰਸਾਰ ਹੈ, ਮਰ ਜੰਮੈ ਆਇਆ ਜਾਇਆ। ਮਹਾਰਾਜ ਕਹਿੰਦੇ ਨੇ, ਤ੍ਰਿਸ਼ਨਾ ਦੀ ਅੱਗ ਪਦਾਰਥਾਂ ਨਾਲ ਨਹੀਂ ਬੁਝਦੀ। ਅੱਜ ਆਪਾਂ 100 ਮੰਗਦੇ ਹਾਂ, ਕੱਲ ਨੂੰ 1000 ਮੰਗਾਂਗੇ, 1000 ਮਿਲ ਗਿਆ ਫਿਰ ਲੱਖ ਮੰਗਾਂਗੇ। ਰਾਜੇ ਵੀ ਬਣ ਜਾਈਏ, ਕਿੱਥੇ ਰੱਜੀਦਾ ਹੈ? ਫਿਰ
ਚੱਕਰਪਤ ਰਾਜੇ ਬਣਨਾ ਚਾਹੁੰਦੇ ਆ। ਇੱਕ ਦੇਸ਼ ਤੋਂ ਬਾਅਦ ਹੋਰਾਂ ਦੇਸ਼ਾਂ ਦੇ ਖਜ਼ਾਨੇ ਅਸੀਂ ਲੁੱਟਣੇ ਚਾਹੁੰਦੇ ਆ। ਸੋ ਇਹ ਪਦਾਰਥਾਂ ਦੇ ਨਾਲ ਭੁੱਖ ਕਦੇ ਨਹੀਂ ਮਿਟਦੀ। ਔਰ ਜਿਸ ਪਦਾਰਥ ਦਾ ਮੋਹ ਹੋਵੇ ਸਾਡੇ ਅੰਦਰ, ਮਹਾਰਾਜ ਕਹਿੰਦੇ ਸੰਸਾਰ ਤੇ ਫਿਰ ਉਸੇ ਪਦਾਰਥ ਦੇ ਇਰਦ ਗਿਰਦ ਤੈਨੂੰ ਕੋਈ ਨਾ ਕੋਈ ਜੂਨ ਮਿਲ ਜਾਂਦੀ ਹੈ। ਇਉਂ ਜੰਮਣ ਮਰਨ ਦਾ ਗੇੜ ਪਿਆ ਰਹਿੰਦਾ ਹੈ। ਗੁਰਮਤੀ ਨਾਮ ਧਿਆਈਐ, ਸੁਖ ਰੱਜਾ ਜਾ ਤੁਧ ਪਾਇਆ, ਕੁੱਲ ਉਧਾਰੇ ਆਪਣਾ ਧਨ ਜਣੇਂਦੀ ਮਾਇਆ। ਕਹਿੰਦੇ ਇੱਕ ਪਰਮਾਤਮਾ ਦੇ ਗੁਰੂ ਦੇ ਬਖਸ਼ੇ ਨਾਮ ਨਾਲ ਹੀ ਬੰਦੇ ਨੂੰ ਰੱਜ ਆਉਂਦਾ ਹੈ, ਸੰਤੋਖ ਹਾਸਲ ਹੁੰਦਾ ਹੈ। ਤੇ ਜਿਸ ਨੂੰ ਰੱਜ ਆ ਗਿਆ, ਜਿਹਦਾ ਮੰਗਣਾ ਮੁੱਕ ਗਿਆ, ਉਹ ਆਪ ਤੇ ਮੁਕਤ ਹੋਵੇਗਾ, ਉਹਦੀ ਕੁੱਲ ਵੀ ਨਿਜਾਤ ਹਾਸਲ ਕਰੇਗੀ, ਕੁੱਲਾਂ ਦੇ ਸਹਿਤ ਉਸਨੂੰ ਮੁਕਤੀ ਹਾਸਲ ਹੋ ਜਾਵੇਗੀ। ਸੋ ਗੁਰੂ ਦੀ ਸ਼ਰਨ ਆ ਕੇ ਹੀ ਨਾਮ ਜਲ ਮਿਲੇਗਾ, ਔਰ ਨਾਮ ਜਲ ਦੇ ਨਾਲ ਹੀ ਤ੍ਰਿਸ਼ਨਾ ਦੀ, ਪਦਾਰਥਾਂ ਦੀ, ਲੋਭ ਦੀ ਅੱਗ ਮਿਟਦੀ ਹੈ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਨਮ ਮਰੈ ਪਰਮਾਈਐ, ਜੇ ਲੱਖ ਕਰਮ ਕਮਾਹੇ। ਗੁਰੂ ਦੀ ਜੇ ਸ਼ਰਨ ਨਹੀਂ ਜਾਂਦੇ, ਨਾਮ ਹਾਸਲ ਨਹੀਂ ਕਰਦੇ, ਪ੍ਰਮਾਤਮਾ ਦੇ ਗੀਤ ਨਹੀਂ ਗਾਉਂਦੇ, ਤੇ ਸੰਸਾਰ ਦਾ ਜੋ ਮੋਹ ਹੈ ਇਹ ਜਨਮ ਮਰਨ ਨੂੰ ਤੁਹਾਡੇ ਜੀਵਨ ਦੇ ਵਿੱਚ ਪ੍ਰਗਟ ਰੱਖੇਗਾ। ਇਹ ਖੂਹ ਦੀ ਟਿੰਡ ਦੀ ਨਿਆਈ ਘੁੰਮਦੇ ਰਵਾਂਗੇ, ਜੂਨਾਂ ਦੇ ਵਿੱਚ ਤੁਰੇ ਫਿਰਾਂਗੇ, ਔਰ ਜਨਮ ਤੇ ਮਰਨ ਵਿੱਚ ਜੋ ਭਰਮਣ ਕਰਨਾ ਹੈ, ਜੋ ਭਟਕਣਾ ਹੈ 84 ਲੱਖ ਜੂਨਾਂ ਵਿੱਚ, ਲੱਖ ਤੁਸੀਂ ਕਰਮ ਧਰਮ ਕਮਾ ਲਿਓ, ਜੇ ਨਾਮ ਨਹੀਂ ਜਪਦੇ ਤੇ ਇਹ ਮੁਕਤੀ ਹਾਸਲ ਨਹੀਂ ਹੋਵੇਗੀ। ਲੱਖ ਅਸੀਂ ਦੁਨੀਆ ਤੇ ਕਰਮ ਕਮਾਈਏ। ਮਹਾਰਾਜ ਕਹਿੰਦੇ ਨੇ, ਕਿਰਤ ਕਮਾਣੇ ਦੁੱਖ ਸਹੋ ਪ੍ਰਾਣੀ, ਅਨਕ ਜੋਨ ਭਰਮਾਇਆ। ਕੀਤੇ ਹੋਏ ਕਰਮਾਂ ਦੇ ਕਰਕੇ ਦੁੱਖ ਸੁੱਖ ਸਹਿਣੇ ਪੈਣੇ ਨੇ, ਔਰ ਇੱਕ ਨਹੀਂ ਅਨੇਕਾਂ ਜੂਨਾਂ ਦੇ ਵਿੱਚ ਕਹਿੰਦੇ ਭਵਾਇਆ ਜਾਵੇਗਾ। ਜੇ ਪ੍ਰਮਾਤਮਾ ਦੇ ਗੀਤ ਨਹੀਂ ਗਾਉਂਦੇ ਤੇ ਕੋਈ ਵੀ ਕਰਮ ਧਰਮ ਸਫਲਾ ਨਹੀਂ ਹੈ, ਆਵਾਗਮਨ ਮਿਟ ਨਹੀਂ ਸਕੇਗਾ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਮ ਜਾਗਾਤ ਨਾ ਲੱਗਈ, ਜੇ ਚੱਲੈ ਸਤਿਗੁਰ ਭਾਏ। ਜਮ ਲਫ਼ਜ਼ ਔਰ ਰੋਕ ਨੂੰ ਵੀ ਕਹਿੰਦੇ ਨੇ, ਜਾਂ ਉਸ ਦੇਵਤੇ ਨੂੰ, ਫਰਿਸ਼ਤੇ ਨੂੰ ਕਿਹਾ ਜਾਂਦਾ ਹੈ ਜੋ ਨਰਕ ਸੁਰਗ ਦਾ ਨਿਆਂ ਕਰਦਾ ਹੈ। ਧਰਮ ਰਾਜੇ ਨੂੰ ਵੀ ਕਹਿ ਦਿੱਤਾ ਜਾਂਦਾ, ਮੌਤ ਦੇ ਦੇਵਤੇ ਨੂੰ ਇਜ਼ਰਾਇਲ ਨੂੰ ਵੀ ਕਹਿ ਦਿੱਤਾ ਜਾਂਦਾ ਹੈ, ਮੈਸੇਂਜਰ ਆਫ ਡੈਥ। ਜਮ ਜਨਮ ਨੂੰ ਵੀ ਕਹਿ ਦਿੱਤਾ ਜਾਂਦਾ ਹੈ, ਵਾਰ-ਵਾਰ ਜਨਮਣਾ। ਜਿਹੜਾ ਜਾਗਾਤ ਲਫ਼ਜ਼ ਹੈ, ਜ਼ਾਕਾਤ ਦਾ ਭਾਵ ਹੁੰਦਾ ਹੈ ਵਸੂਲ ਕਰਨਾ, ਟੈਕਸ ਲੈਣਾ। ਕਹਿੰਦੇ ਜੇ ਜਮਾ ਦੇ ਟੈਕਸ ਤੋਂ ਬਚਣਾ ਹੈ, ਭਾਵ ਮਾਰ ਤੋਂ ਬਚਣਾ ਹੈ, ਅਧੀਨਗੀ ਤੋਂ ਬਚਣਾ ਹੈ, ਤੇ ਗੁਰੂ ਦੇ ਭਾਣੇ ਵਿੱਚ ਚੱਲ, ਗੁਰੂ ਦੇ ਨਾਲ ਭਾਏ ਪਿਆਰ ਕਰ, ਗੁਰੂ ਪਾਸੋਂ ਸ਼ਬਦ ਲੈ, ਅਕਾਲ ਪੁਰਖ ਦੇ ਗੀਤ ਗਾ, ਫਿਰ ਜਮਾ ਤੋਂ ਮਸੂਲੀਆਂ ਕੋਲੋਂ ਤੂੰ ਬਚ ਜਾਵੇਂਗਾ, ਫਿਰ ਜਮ ਤੇਰੇ ਨੇੜੇ ਨਹੀਂ ਆਉਣਗੇ। ਸੋ ਗੁਰੂ ਪਾਤਸ਼ਾਹ ਹੀ ਮੁਕਤੀ ਦੇ ਦਾਤੇ ਨੇ, ਬਚਾਉਣ ਵਾਲੇ ਨੇ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਗੁਰ ਬਚਨ ਮਾਰਗ ਜੋ ਪੰਥ ਚਾਲੇ, ਤਿੰਨ ਜਮ ਜਾਗਾਤੀ ਨੇੜ ਨਾ ਆਇਆ।
ਸਭ ਗੁਰੂ ਗੁਰੂ ਜਗਤ ਬੋਲੇ, ਗੁਰ ਕੈ ਨਾਏ ਲਿਆ ਸਭ ਛੁਟਕ ਗਿਆ। ਮਹਾਰਾਜ ਕਹਿੰਦੇ ਨੇ ਗੁਰੂ ਦੇ ਬਚਨ ਤੇ ਚੱਲੋ, ਦੱਸੇ ਮਾਰਗ ਤੇ ਚੱਲੋ, ਜਮ ਨੇੜੇ ਨਹੀਂ ਆਉਣਗੇ। ਗੁਰੂ ਦੀ ਜੈ ਜੈਕਾਰ ਕਰੋ, ਗੁਰੂ ਦਾ ਨਾਮ ਛੁਟਕਾਰਾ ਦਿਵਾਉਂਦਾ ਹੈ ਰੋਗਾਂ ਤੋਂ, ਸੋਗਾਂ ਤੋਂ, ਜਮਾਂ ਦੀ ਮਾਰ ਤੋਂ ਨਜ਼ਾਤ ਦਵਾ ਦਿੰਦਾ ਹੈ। ਮੁਕਤੀ ਦਾਤਾ ਗੁਰੂ ਪਾਤਸ਼ਾਹ ਨੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਲੋਕਾਈ ਨੂੰ ਤਾਰਨ ਦੇ ਲਈ ਉਦਾਸੀਆਂ ਕਰ ਰਹੇ ਸਨ ਤੇ ਇੱਕ ਵਾਰ ਲਾਹੌਰ ਗਏ ਨੇ। ਉੱਥੇ ਇੱਕ ਬੜਾ ਅਮੀਰ ਵਪਾਰੀ ਸੀ, ਨਾਮ ਉਹਦਾ ਦੁਨੀ ਚੰਦ ਹੈ। ਪਿਤਾ ਦੀ ਬਰਸੀ ਤੇ ਸਰਾਧ ਕਰ ਰਿਹਾ ਸੀ। ਉਸ ਸੇਠ ਨੇ ਗੁਰੂ ਸਾਹਿਬ ਨੂੰ ਵੀ ਬੇਨਤੀ ਕੀਤੀ, ਮਹਾਰਾਜ ਤੁਸੀਂ ਮੇਰੇ ਗ੍ਰਹਿ ਵਿਖੇ ਚਰਨ ਪਾਓ, ਗ੍ਰਹਿ ਨੂੰ ਪਵਿੱਤਰ ਕਰੋ। ਬੜੇ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਗਿਆ। ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਜੀ ਤੁਸੀਂ ਵੀ ਛਕੋ। ਤੇ ਮਹਾਰਾਜ ਆਖਣ ਲੱਗੇ, ਦੁਨੀ ਚੰਦ ਇਹ ਕਿਸ ਲਈ ਸਰਾਧ ਕਰਵਾ ਰਿਹਾ ਹੈ, ਦਾਨ ਪੁੰਨ ਕਰ ਰਿਹਾ ਹੈ? ਕਹਿੰਦਾ ਮਹਾਰਾਜ ਪਿਤਾ ਦੇ ਨਿਮਿਤ, ਪਿਤਾ ਦੇ ਭਲੇ ਹਿੱਤ ਬ੍ਰਾਹਮਣਾਂ ਨੂੰ ਭੋਜਨ ਛਕਾ ਰਿਹਾ ਹਾਂ। ਦੇਖੋ, ਲੰਗਰ ਲਾਉਣਾ, ਦੀਨ ਤੇ ਦਇਆ ਕਰਨੀ, ਕਿਸੇ ਦੇ ਤਨ ਦੀ ਭੁੱਖ ਮਿਟਾ ਦੇਣੀ ਜਾਂ ਤਨ ਦਾ ਨੰਗੇਜ਼ ਕੱਜ ਦੇਣਾ, ਬਸਤਰ ਦੇ ਦੇਣੇ, ਇਹ ਕੋਈ ਪਖੰਡ ਨਹੀਂ ਹੈ। ਬਾਣੀ ਦਾ ਫਰਮਾਨ ਹੈ, ਸਾਲਾਹਾ ਸਾਚੇ ਮਨ ਸਤਿਗੁਰ, ਪੁੰਨ ਦਾਨ ਦਇਆ ਮਤੇ। ਜਿਹੜਾ ਬੰਦਾ ਗੁਰੂ ਨੂੰ ਜੀਵਨ ਦਾਤਾ ਮੰਨ ਕੇ ਉਹਦੇ ਹੁਕਮ ਵਿੱਚ ਚੱਲਦਾ ਹੈ, ਉਹ ਹਰ ਇੱਕ ਤੇ ਦਇਆ ਕਰਦਾ ਹੈ, ਦਾਨ ਪੁੰਨ ਕਰਦਾ ਹੈ। ਹੁਣ ਮੁਸ਼ਕਲ ਇਹ ਹੈ ਵੀ ਜਦੋਂ ਤੇ ਬਾਪ ਦੁਨੀਆ ਵਿੱਚ ਹੁੰਦਾ ਹੈ, ਉਦੋਂ ਅਸੀਂ ਰੋਟੀ ਬੋਟੀ ਪੁੱਛਦੇ ਨਹੀਂ, ਸੇਵਾ ਕਰਦੇ ਨਹੀਂ। ਜਦੋਂ ਸਾਥ ਛੱਡ ਜਾਵੇ ਤੇ ਪਿੱਛੋਂ ਲੋਕਾਂ ਨੂੰ ਵਿਖਾਉਣ ਲਈ ਫਿਰ ਸਰਾਧ ਕਰਾਉਂਦੇ ਫਿਰਦੇ ਆ, ਬੱਲੇ ਬੱਲੇ ਦੇ ਲਈ। ਅਸਲ ਇੱਥੇ ਆ ਕੇ ਪਖੰਡ ਬਣ ਜਾਂਦਾ ਹੈ, ਵਿਖਾਵੇ ਮਾਤਰ ਕੀਤਾ ਕਰਮ। ਦੇਖੋ, ਜਿਵੇਂ ਮਾਤਾ ਪਿਤਾ ਨੇ ਤੁਹਾਨੂੰ ਬਚਪਨ ਵਿੱਚ ਪਾਲਿਆ ਸੀ, ਜਦੋਂ ਉਹਨਾਂ ਤੇ ਬਜ਼ੁਰਗੀ ਆ ਗਈ, ਜ਼ਰਾ ਰੋਗ ਆ ਗਿਆ, ਤੇ ਮਹਾਰਾਜ ਕਹਿੰਦੇ ਨੇ ਹੁਣ ਤੇਰੀ ਡਿਊਟੀ ਹੈ ਉਹਨਾਂ ਦੀ ਦੇਖਭਾਲ ਕਰਨ ਦੀ। ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਇਹ ਤੇਰੇ ਘਰ ਵਿੱਚ ਜੋ ਬੱਚੇ ਨੇ, ਸਾਖ ਸੈਨ ਨੇ, ਹੇ ਬਜ਼ੁਰਗੋ, ਇਸ ਲਈ ਪਰਮਾਤਮਾ ਨੇ ਦਿੱਤੇ ਨੇ। ਜਦੋਂ ਤੁਸੀਂ ਬਿਰਧ ਹੋ ਗਏ, ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣ ਜੋਗੇ ਨਾ ਰਹੇ, ਤੇ ਤੁਹਾਡਾ ਫਰਜ਼ੰਦ ਤੁਹਾਡੇ ਮੂੰਹ ਵਿੱਚ ਬੁਰਕੀ ਪਾਵੇਗਾ। ਜੇ ਬਾਣੀ ਦੀਆਂ ਇਹਨਾਂ ਤੁਕਾਂ ਨੂੰ ਜੀਵਨ ਵਿੱਚ ਢਾਲ ਲਈਏ ਤੇ ਮੈਨੂੰ ਲੱਗਦਾ ਹੈ ਦੁਨੀਆ ਵਿੱਚ ਕੋਈ ਬਿਰਧ ਆਸ਼ਰਮ ਨਹੀਂ ਰਹੇਗਾ। ਇਹ ਸਾਡੀ ਅਕ੍ਰਿਤ ਘਣਤਾ ਚੋਂ ਹੀ ਬਿਰਧ ਆਸ਼ਰਮ ਪੈਦਾ ਹੋਏ ਨੇ। ਬਚਪਨ ਵਿੱਚ ਨਾ ਅਸੀਂ ਖਾਣ ਜੋਗੇ, ਨਾ ਅਸੀਂ ਪਾਉਣ ਹੰਡਾਉਣ ਜੋਗੇ, ਨਾ ਕਮਾਉਣ ਜੋਗੇ, ਮਾਪਿਆਂ ਨੇ ਪਾਲਿਆ ਹੈ। ਜਦੋਂ ਮਾਪੇ ਬਿਰਧ ਹੋ ਗਏ, ਉਹਨਾਂ ਦੇ ਸਰੀਰ ਵਿੱਚ ਸੱਤਾ ਨਾ ਰਹੀ, ਤੇ ਅਸੀਂ ਘਰੋਂ ਕੱਢ ਦਿੰਨੇ ਆ ਵੀ ਆਸ਼ਰਮ ਚਲਿਆ ਜਾ। ਮਹਾਰਾਜ ਕਹਿੰਦੇ ਭੁੱਲ ਗਿਆ ਏ, ਕਦੇ ਤੇਰੇ ਹੱਡਾਂ ਵਿੱਚ ਸੱਤਾ ਨਹੀਂ ਸੀ। ਤੂੰ ਕਮਾ ਸਕਦਾ, ਤੂੰ ਪਾ ਸਕਦਾ, ਤੂੰ ਹੰਢਾ ਸਕਦਾ, ਤੂੰ ਖਾ ਸਕਦਾ। ਬਜ਼ੁਰਗਾਂ ਪਾਲਿਆ ਸੀ ਤੈਨੂੰ। ਅੱਜ ਸਮੇਂ ਦੀ ਚਾਲ ਫਿਰ ਗਈ। ਅੱਜ ਇਹਨਾਂ ਦੇ ਹੱਡ ਮਜ਼ਬੂਤ ਨਹੀਂ ਰਹੇ, ਬਾਪ ਕਮਾਉਣ ਜੋਗਾ ਨਹੀਂ ਰਿਹਾ ਤੇ ਘਰੋਂ ਕੱਢ ਆਇਆ ਹੈ। ਇਹਨੂੰ ਹੀ ਅਕ੍ਰਿਤ ਘਣਤਾ ਕਿਹਾ ਜਾਂਦਾ ਹੈ। ਔਰ ਅਕ੍ਰਿਤ ਘਣ ਨਾਲੋਂ ਮੰਦਾ ਕੋਈ ਵੀ ਦੁਨੀਆ ਤੇ ਦੂਸਰਾ ਨਹੀਂ ਹੈ। ਮਹਾਰਾਜ ਪਾਤਸ਼ਾਹ ਦੁਨੀ ਚੰਦ ਨੂੰ ਆਖਣ ਲੱਗੇ, ਦੁਨੀ ਚੰਦ, ਜਿਉਂਦਿਆਂ ਜੀ ਤੇ ਸੇਵਾ ਹੋਈ ਨਾ, ਤੇ ਹੁਣ ਸਰਾਧ ਕਰਵਾਉਂਦੇ ਹੋ।
ਚੱਲ ਖੈਰ ਇਹ ਦੱਸ ਵੀ ਤੈਨੂੰ ਕੀ ਲੱਗਦਾ ਹੈ, ਇਹ ਜਿਹੜਾ ਭੋਜਨ ਇੱਥੇ ਲੋਕਾਂ ਛਕਿਆ ਹੈ ਇਹਦੇ ਨਾਲ ਤੇਰੇ ਬਾਪ ਨੂੰ ਰੱਜ ਆ ਗਿਆ ਹੋਵੇਗਾ, ਤੇਰੇ ਪਿਤਾ ਤਾਈਂ ਭੋਜਨ ਪਹੁੰਚਿਆ ਹੋਵੇਗਾ। ਮਹਾਰਾਜ ਮੈਨੂੰ ਕੀ ਪਤਾ ਹੈ ਇਹ ਭੋਜਨ ਉਥੋਂ ਤਾਈਂ ਪਹੁੰਚਿਆ ਹੈ ਕਿ ਨਹੀਂ, ਇਹ ਤੇ ਤੁਸੀਂ ਦੱਸ ਸਕਦੇ ਹੋ, ਜਾਣੀ ਜਾਣੋ। ਕਦੇ ਨਾਨਕ ਪ੍ਰਕਾਸ਼ ਪੜ੍ਹਿਓ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਹੇਤ ਬਤਾਵਨ ਬੈਨ ਅਲਾਏ ਤਨ ਪਿਤ ਬ੍ਰਿਕ ਦੇਹੀ ਕੇ ਪਾਏ। ਮਹਾਰਾਜ ਆਖਣ ਲੱਗੇ, ਤੇਰਾ ਪਿਤਾ ਦੁਨੀ ਚੰਦ ਬਗਿਆੜ ਦੀ ਜੂਨ ਵਿੱਚ ਪਿਆ ਹੈ ਤੇ 3 ਦਿਨਾਂ ਤੋਂ ਭੁੱਖਾ ਫਿਰਦਾ ਹੈ। ਤੇ ਛੇਤੀ ਦੇ ਨਾਲ ਦੁਨੀ ਚੰਦ ਨੇ ਅਚਰਜ ਹੋ ਕੇ ਪੁੱਛਿਆ ਵੀ ਮਹਾਰਾਜ ਕਿੱਥੇ ਹੈ? ਤੇ ਗੁਰੂ ਸਾਹਿਬ ਆਖਣ ਲੱਗੇ, ਇਥੋਂ 4-5 ਕੋਹ ਦੀ ਦੂਰੀ ਤੇ ਜਾ, ਝਾੜੀਆਂ ਦੇ ਓਲੇ ਬੈਠਾ ਹੈ, ਕੁਝ ਖਾਣ ਲਈ ਲੈ ਜਾ ਤੇ ਡਰ ਨਾ ਜਾਈਂ, ਤੈਨੂੰ ਦੇਖ ਕੇ ਪਿਛਲੇ ਜਨਮ ਦੀ ਉਸਨੂੰ ਸੋਝੀ ਆ ਜਾਵੇਗੀ। ਯਾਦ ਰੱਖਿਓ, ਇਹ ਸਭ ਜੂਨਾਂ ਵਿੱਚ ਆਪਾਂ ਹੀ ਫਿਰਦੇ ਆਂ। ਕਈ ਖੰਡਨ ਕਰਨ ਲੱਗ ਪੈਂਦੇ ਨੇ 84 ਲੱਖ ਜੂਨ ਨਹੀਂ ਹੁੰਦੀ। ਅਖੇ ਤੇ ਇਹ ਬੰਦੇ ਦੀ ਜੈਸੀ ਅਵਸਥਾ ਹੈ ਵੈਸਾ ਬਾਣੀ ਨੇ ਚਿੱਤਰ ਦਿੱਤਾ ਹੈ। ਜੋ ਲੋਭੀ ਹੈ ਅਖੇ ਉਹਨੂੰ ਸੱਪ ਕਹਿ ਦਿੱਤਾ, ਲੋਭੀ ਬੰਦਾ ਹਰੇਕ ਨੂੰ ਡੰਗਦਾ ਹੈ। ਇਦਾਂ ਦੀ ਆਪ ਮੁਹਾਰੀ ਜੀ ਵਿਆਖਿਆ ਕਈ ਕਰਨ ਲੱਗ ਪੈਂਦੇ ਨੇ। ਬਾਣੀ ਨੇ ਸਾਫ਼ ਲਿਖਿਆ ਹੈ, ਪਸ ਪੰਖੀ ਭੂਤ ਅਰ ਪ੍ਰੇਤਾ ਬਹੁਬਿਦ ਜੋਨੀ ਫਿਰਤ ਅਨੇਕਾ। ਮਹਾਰਾਜ ਕਹਿੰਦੇ, ਲੋਕੋ ਤੁਸੀਂ ਹੀ ਕਰਮਗਤ ਅਨੁਸਾਰ ਕਦੇ ਪਸ਼ੂ ਬਣਦੇ ਹੋ, ਕਦੇ ਪੰਛੀ ਬਣਦੇ ਹੋ, ਕਦੇ ਪ੍ਰੇਤ ਬਣ ਜਾਂਦੇ ਹੋ, ਭੂਤ ਬਣ ਜਾਂਦੇ ਹੋ। ਬੜੀਆਂ ਜੂਨਾਂ ਨੇ, ਜੈਸਾ ਕਰਮ ਹੈ ਵੈਸਾ ਲਿਬਾਸ ਤੁਹਾਨੂੰ ਮਿਲ ਜਾਵੇਗਾ। ਸੋ ਇੰਗਲਿਸ਼ ਦੇ ਟੀਕਾਕਾਰਾਂ ਵੀ ਇਹ ਮੋਹਰ ਲਾਈ ਹੈ, ਬੀਸਟ, ਬੋਰਸ, ਡੈਮਨਸ ਐਂਡ ਗੋਸਟਸ, ਭੂਤ ਪ੍ਰੇਤ, ਪਸ਼ੂ ਪੰਛੀ। ਇਨ these many ways the false wander in reincarnation। ਬੰਦਾ ਗਲਤ ਕਰਮ ਕਰਕੇ ਦੌੜਿਆ ਫਿਰਦਾ ਹੈ ਇਹਨਾਂ ਜੂਨਾਂ ਦੇ ਵਿੱਚ। ਦੁਨੀ ਚੰਦ ਖਾਣਾ ਲੈ ਕੇ ਮਹਾਰਾਜ ਵੱਲੋਂ ਦੱਸੀ ਜਗ੍ਹਾ ਤੇ ਗਿਆ, ਬਗਿਆੜ ਦੇ ਕੋਲ ਜਾਂਦਾ ਹੈ ਤੇ ਦੁਨੀ ਚੰਦ ਵੱਲ ਦੇਖਦਿਆਂ ਹੀ ਬਗਿਆੜ ਦੀ ਦੇਹੀ ਢਹਿ ਢੇਰੀ ਹੋ ਗਈ ਤੇ ਵਿੱਚੋਂ ਜੋਤ ਪ੍ਰਗਟ ਹੁੰਦੀ ਹੈ। ਔਰ ਜੋ ਸੂਖਸ਼ਮ ਸਰੀਰ ਪ੍ਰਗਟ ਹੋਇਆ, ਅੱਖਾਂ ਦਾ ਵਿਸ਼ਾ ਬਣ ਗਿਆ, ਇਨਵਿਜ਼ੀਬਲ ਤੋਂ ਵਿਜ਼ੀਬਲ ਹੋਇਆ। ਤੇ ਦੁਨੀ ਚੰਦ ਨੇ ਆਪਣੇ ਬਾਪ ਨੂੰ ਸਵਾਲ ਕੀਤਾ ਉਸ ਦਿਵਿਆ ਜੋਤ ਨੂੰ ਵੀ, ਪਿਤਾ ਜੀ ਤੁਸੀਂ ਬੜੇ ਧਰਮਾਤਮਾ ਸੀ, ਫਿਰ ਇਹ ਜੂਨ ਕਿਵੇਂ ਮਿਲ ਗਈ? ਦੁਨੀ ਚੰਦ ਦਾ ਬਾਪ ਆਖਣ ਲੱਗਾ, ਜਦੋਂ ਮ੍ਰਿਤਿਉ ਨੇੜੇ ਆਈ ਨਾ, ਜਦੋਂ ਮੌਤ ਦਾ ਡੰਕਾ ਸਿਰ ਤੇ ਵੱਜਿਆ, ਮੇਰਾ ਅੰਤ ਸਮਾਂ ਆਇਆ ਤੇ ਮੇਰੇ ਪਾਸ ਹੀ ਇੱਕ ਮਨੁੱਖ ਮੱਛੀ ਰਿੰਨ ਰਿਹਾ ਸੀ। ਮਨ ਲਲਚਾ ਗਿਆ, ਇੱਛਾ ਪੈਦਾ ਹੋ ਗਈ, ਪਰ ਖਾ ਨਾ ਸਕਿਆ। ਧਿਆਨ ਮੱਛੀ ਵਿੱਚ ਸੀ ਤੇ ਸਾਹ ਨਿਕਲ ਗਏ। ਤੇ ਬਗਿਆੜ ਮੱਛੀ ਬੜੀ ਖੁਸ਼ ਹੋ ਕੇ ਖਾਂਦਾ ਹੈ, ਮੈਨੂੰ ਜੂਨੀ ਬਗਿਆੜ ਦੀ ਮਿਲ ਗਈ। ਨਾਨਕ ਪ੍ਰਕਾਸ਼ ਦੇ ਬੋਲ ਨੇ, ਭਇਓ ਮ੍ਰਿਤਕ ਇਹ ਦੇਹੀ ਪਾਈ, ਰਹੀ ਵਾਸ਼ਨਾ ਠਹਿਰ ਜਹਾਈ। ਹੁਣ ਮੇਰੀ ਵਾਸ਼ਨਾ ਅੰਤ ਸਮੇਂ ਟਿਕੀ ਰਹਿ ਗਈ ਮੱਛੀ ਵਿੱਚ, ਤੇ ਜਿੱਥੇ ਵਾਸ਼ਨਾ ਟਿਕੇ ਉੱਥੇ ਜਨਮ ਮਿਲਦਾ ਹੈ। ਇਹ ਬਾਣੀ ਕਹਿੰਦੀ ਹੈ, ਤਿਸਨਾ ਅਗਨ ਜਲੈ ਸੰਸਾਰਾ, ਲੋਭ ਅਭਿਮਾਨ ਬਹੁਤ ਅਹੰਕਾਰਾ, ਮਰ ਮਰ ਜਨਮੈ ਪਤ ਗਵਾਏ, ਆਪਣੀ ਬਿਰਥਾ ਜਨਮ ਗਵਾਵਣਿਆ। ਮਹਾਰਾਜ ਕਹਿੰਦੇ ਨੇ, ਜਿਸ ਪਦਾਰਥ ਦੀ ਤ੍ਰਿਸ਼ਨਾ ਰਹਿ ਜਾਵੇ,
ਜਿਸ ਪਦਾਰਥ ਦਾ ਤੈਨੂੰ ਮੋਹ ਹੋਵੇ ਅਖੀਰ ਤੈਨੂੰ ਉੱਥੇ ਹੀ ਜੂਨ ਮਿਲ ਜਾਂਦੀ ਹੈ। ਇਹ ਪਰਮਾਤਮਾ ਡਿਸਾਈਡ ਕਰੇਗਾ ਵੀ ਮਿਲਣੀ ਕਿਹੜੀ ਹੈ, ਬਣਾਉਣਾ ਕੀ ਹੈ ਤੈਨੂੰ, ਕੀਟ ਬਣਾਉਣਾ ਹੈ ਜਾਂ ਪਤੰਗ ਬਣਾਉਣਾ ਹੈ ਜਾਂ ਮਨੁੱਖ ਬਣਾਉਣਾ ਹੈ। ਇਉਂ ਵਾਰ-ਵਾਰ ਬੰਦਾ ਵਾਸ਼ਨਾ ਦੀ ਪੂਰਤੀ ਲਈ ਉਸ ਵਸਤੂ ਪਾਸ ਜੰਮੇਗਾ, ਕਰਮ ਭੋਗੇਗਾ, ਮਰ ਜਾਵੇਗਾ। ਇਉਂ ਪਤ ਜਿਹੜੀ ਹੈ ਮਹਾਰਾਜ ਕਹਿੰਦੇ ਨੇ ਉਸ ਦੀ ਗਵਾਚ ਜਾਂਦੀ ਹੈ, ਉਹਦੀ ਇੱਜ਼ਤੋ ਆਬਰੂ ਨਹੀਂ ਰਹਿੰਦੀ। ਬਾਣੀ ਚਾਹੁੰਦਾ ਹੈ ਨਾ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਅਵਤਰੈ। ਬੰਦੇ ਨੂੰ ਬੜਾ ਲੱਭ ਹੁੰਦਾ ਹੈ, ਮੇਰਾ ਘਰ ਸਭ ਤੋਂ ਸੁੰਦਰ ਚਾਹੀਦਾ ਹੈ, ਮੇਰੇ ਵਰਗਾ ਕਿਸੇ ਦਾ ਮਹਿਲ ਨਹੀਂ ਚਾਹੀਦਾ। ਸੋਚਦਿਆਂ ਸੋਚਦਿਆਂ ਜੀਵਨ ਬਤੀਤ ਹੋ ਜਾਂਦਾ ਹੈ। ਧਿਆਨ ਮਹੱਲਾਂ ਵਿੱਚ ਟਿਕਿਆ ਰਹਿ ਗਿਆ। ਕਹਿੰਦੇ ਮਰ ਗਿਆ, ਇੱਥੇ ਹੀ ਪ੍ਰੇਤ ਬਣ ਕੇ ਚੁੰਬੜ ਜਾਵੇਂਗਾ, ਘਰ ਵਿੱਚ ਹੀ ਰਹਿ ਜਾਵੇਂਗਾ। You shall be reincarnated over and over again as a goblin। ਬੜੇ ਬੜੇ ਪ੍ਰੋਫੈਸਰ ਇੰਗਲਿਸ਼ ਦੇ ਵੀ ਇਹੀ ਅਰਥ ਕਰਦੇ ਨੇ, ਭਾਈ ਜੀ ਭੂਤ ਬਣ ਕੇ ਉਹਨਾਂ ਘਰਾਂ ਵਿੱਚ ਹੀ ਰਹਿ ਜਾਓਗੇ। ਹੁਣ ਜੇ ਕੋਈ ਬੰਦਾ ਆਖੇ ਵੀ ਇਹ ਮੁਕਤ ਕਿਉਂ ਨਹੀਂ ਹੋਇਆ, ਅਸਲ ਦੇ ਵਿੱਚ ਇਹਨੇ ਅਕਾਲ ਪੁਰਖ ਨੂੰ ਸਿਮਰਿਆ ਹੀ ਨਹੀਂ ਹੈ, ਸੰਸਾਰ ਨੂੰ ਸਿਮਰਿਆ, ਸੰਸਾਰ ਤੇ ਰਹਿ ਗਿਆ। ਨਿਰੰਕਾਰ ਨੂੰ ਸਿਮਰਦਾ ਤੇ ਫੇਰ ਹੀ ਨਿਰੰਕਾਰ ਕੋਲ ਜਾਂਦਾ ਨਾ, ਮੁਕਤੀ ਪਾਉਂਦਾ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸੈ। ਤਰਲੋਚਨ ਭਗਤ ਜੀ ਕਹਿੰਦੇ ਉਹੀ ਮੁਕਤ ਹੋਇਆ, ਉਹੀ ਨਿਰੰਕਾਰ ਤਾਈਂ ਗਿਆ ਜਿਨੇ ਨਿਰੰਕਾਰ ਨੂੰ ਧਿਆਇਆ, ਜਿਨੇ ਸੰਸਾਰ ਨੂੰ ਧਿਆਇਆ। ਉਹ ਦੁਨੀ ਚੰਦ ਦੇ ਬਾਪ ਵਾਂਗ ਸੰਸਾਰ ਤੇ ਹੀ ਜੂਨ ਭੋਗੇਗਾ। ਹੁਣ ਮੈਨੂੰ ਦੇਖਦਿਆਂ ਦੁਨੀ ਚੰਦ ਕਹਿੰਦਾ, ਪਿਤਾ ਜੀ ਤੁਹਾਡਾ ਸਰੀਰ ਕਿਵੇਂ ਛੁੱਟ ਗਿਆ? ਕਹਿੰਦਾ ਤੇਰੇ ਘਰ ਪ੍ਰਭੂ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਆਪ ਆਏ ਨੇ, ਤੂੰ ਦਰਸ਼ਨ ਕੀਤੇ ਤੇ ਤੇਰੇ ਦਿਦਾਰੇ ਮੈਂ ਕਰ ਲਏ। ਗੁਰੂ ਨਾਨਕ ਦੇ ਦਰਸ਼ਨਾਂ ਦਾ ਫਲ ਹੈ ਮੇਰੀ ਬੰਦ ਖਲਾਸੀ ਹੋ ਗਈ, ਮੇਰੇ ਬੰਧਨ ਛੁੱਟ ਗਏ, ਮੇਰਾ ਜਨਮ ਕੱਟਿਆ ਗਿਆ। ਇਹਨਾਂ ਕਹਿ ਕੇ ਤੇ ਦੁਨੀ ਚੰਦ ਦੇ ਬਾਪ ਦੀ ਜੋਤ ਉਹ ਸੂਖਸ਼ਮ ਸਰੀਰ ਅਲੋਪ ਹੋ ਗਿਆ। ਦੁਨੀ ਚੰਦ ਘਰ ਮੁੜਿਆ, ਬੜੀ ਸ਼ਰਧਾ ਭਾਵਨਾ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਨਾਨਕ ਪ੍ਰਕਾਸ਼ ਦੇ ਬੋਲ ਨੇ, ਨਾਗਰ ਈਸ਼ਰ ਔਰ ਰੂਪ ਉਜਾਗਰ ਤੁਮ ਸਮਰੱਥ ਸਰਬ ਸੁਖ ਸਾਗਰ ਭਗਤ ਵਸ਼ਲ ਕਰੁਣਾਕਰ ਸੁਆਮੀ ਦੀਨ ਬੰਦ ਪ੍ਰਭ ਅੰਤਰ ਜਾਮੀ। ਹੇ ਗੁਰੂ ਨਾਨਕ ਤੁਸੀਂ ਭਗਤ ਵਸ਼ਲ ਹੋ, ਤੁਸੀਂ ਸਮਰੱਥ ਹੋ, ਤੁਸੀਂ ਦੀਨਾਂ ਦੇ ਬੰਧੂ ਹੋ, ਦੀਨਾਂ ਤੇ ਦਇਆ ਕਰਨ ਵਾਲੇ ਹੋ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਹੋ, ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਹੋ, ਰੋਗੀਆਂ ਦੇ ਰੋਗ ਮਿਟਾਉਣ ਵਾਲੇ ਹੋ, ਤੁਸੀਂ ਮੁਕਤੀ ਦੇ ਦਾਤੇ ਹੋ। ਜਿਵੇਂ ਬਾਣੀ ਚਾਹੁੰਦਾ ਹੈ ਨਾ, ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ। ਗੁਰੂ ਨਾਨਕ ਦੇ ਚਰਨ ਪਰਸਣ ਵਾਲਾ ਪਸ਼ੂ ਵੀ ਮੁਕਤ ਹੈ, ਪ੍ਰੇਤ ਵੀ ਮੁਕਤ ਹੈ, ਦੇਵਤਿਆਂ ਵਰਗਾ ਮਹਾਨ ਮਰਾਤਬਾ ਉਸਨੂੰ ਹਾਸਲ ਹੋ ਜਾਂਦਾ ਹੈ। ਜਿਵੇਂ ਦੁਨੀ ਚੰਦ ਦਾ ਬਾਪ ਮੁਕਤ ਹੋ ਗਿਆ। ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ ਇਹ ਮੋਹਰ ਲਾਉਂਦੇ ਨੇ। ਫਾਰਸੀ ਦੇ ਬੋਲ ਨੇ, ਆਖਣ ਲੱਗੇ ਖਿਤਾਬੇ ਹਕਸ਼ ਮੁਰਸ਼ਿਦੁਲ ਆਲਮੀਨ ਵਾਜ਼ਾਤ ਬਰਹਕਸ਼ ਰਹਿਮਤੁਲ ਮੁਜ਼ਨਬੀਨ। ਐ ਗੁਰੂ ਨਾਨਕ ਸਾਹਿਬ, ਪਰਮਾਤਮਾ ਦੇ ਦਰ ਤੋਂ ਤੁਸੀਂ ਦੁਨੀਆ ਦੇ ਉੱਪਰ ਆਉਣਾ ਕੀਤਾ, ਅਕਾਲ ਪੁਰਖ ਦਾ ਤੁਸੀਂ ਸਰੂਪ ਹੋ,
ਔਰ ਅਕਾਲ ਪੁਰਖ ਦੇ ਹੁਕਮ ਵਿੱਚ ਤੁਸੀਂ ਦੋਹਾਂ ਲੋਕਾਂ ਦੇ ਮੁਰਸ਼ਦ ਹੋ। ਇਸ ਮਾਤ ਲੋਕ ਦੇ ਸਤਿਗੁਰੂ ਹੋ ਤੇ ਪਰਲੋਕ ਵਿੱਚ ਤੁਸੀਂ ਨਿਰਗੁਣ ਸਰੂਪ ਹੋ, ਅਕਾਲ ਪੁਰਖ ਹੋ। ਬਾਣੀ ਵੀ ਕਹਿੰਦੀ ਹੈ ਨਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੁਹਾਡਾ ਜਿਹੜਾ ਸੁਭਾਅ ਹੈ ਨਾ, ਰਹਿਮਤੁਲ, ਬੜਾ ਕਿਰਪਾਲੂ ਹੈ। ਮੁਜ਼ਨਬੀਨ, ਕਿੰਨਾ ਤੇ ਕਿਰਪਾ ਕਰਦੇ ਹੋ? ਗੁਨਾਹਗਾਰਾਂ ਤੇ। ਤੁਹਾਡੀ ਕਿਰਪਾ ਹੋ ਜਾਵੇ, ਬੰਦਾ ਮੁਕਤੀ ਹਾਸਲ ਕਰਦਾ ਹੈ। ਪਸ਼ੂ ਪੰਛੀ ਵੀ ਮੁਕਤ ਹੋ ਜਾਂਦੇ ਨੇ। ਤਾਂ ਹੀ ਤੇ ਬਾਣੀ ਨੇ ਕਿਹਾ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ, ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਲਯੁਗ ਦੇ ਵਿੱਚ ਗੁਰੂ ਨਾਨਕ ਮੁਕਤੀ ਦਾਤੇ ਨੇ, ਰੱਖਣ ਵਾਲੇ ਨੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਜਾਣੇ, ਉਹਨਾਂ ਦੇ ਬਚਨ ਕੰਨਾਂ ਨਾਲ ਸੁਣ ਲੈਣੇ, ਉਹਨਾਂ ਦੇ ਬਚਨ ਜ਼ੁਬਾਨ ਨਾਲ ਗਾ ਲੈਣੇ, ਹਰ ਪ੍ਰਕਾਰ ਦੇ ਨਾਲ ਹੀ ਮੁਕਤੀ ਹਾਸਲ ਹੋ ਜਾਵੇਗੀ। ਗੁਰੂ ਨਾਨਕ ਮੁਕਤੀ ਦੇ ਦਾਤੇ ਨੇ। ਯੂ ਵਿਲ ਬੀ ਲਿਬਰੇਟਿਡ। ਗੁਰੂ ਨਾਨਕ ਦੇ ਗੀਤ ਗਾ, ਰੋਗਾਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਤੂੰ ਨਜ਼ਾਤ ਹਾਸਲ ਕਰ ਲਵੇਂਗਾ। ਸੋ ਬਾਣੀ ਇਹੀ ਸਾਨੂੰ ਸਮਝਾਉਂਦੀ ਹੈ, ਜਨਮ ਮਰਨ ਅਗਰ ਮਿਟਾਉਣਾ ਹੈ ਤੇ ਗੁਰੂ ਦੀ ਸ਼ਰਨ ਤੈਨੂੰ ਜਾਣਾ ਹੀ ਪਵੇਗਾ। ਗੁਰੂ ਦੀ ਸ਼ਰਨ ਚਲਿਆ ਜਾਵੇਂ, ਜਮ ਨੇੜੇ ਨਹੀਂ ਆਉਣਗੇ, ਜਮ ਸਜ਼ਾ ਨਹੀਂ ਦੇ ਸਕਦੇ। ਗੁਰੂ ਦੇ ਚਰਨਾਂ ਵਿੱਚ ਸੱਚਖੰਡ ਅਭੇਦਤਾ ਤੈਨੂੰ ਹਾਸਲ ਹੋਵੇਗੀ। ਅੱਗੇ ਮਹਾਰਾਜ ਗੁਰੂ ਨਾਨਕ ਦੇਵ ਕਹਿੰਦੇ ਨੇ, ਨਾਨਕ ਨਿਰਮਲ ਅਮਰ ਪਦ, ਗੁਰ ਹਰ ਮਿਲੈ ਮਿਲਾਏ। ਨਿਰਮਲ, ਮੈਲ ਤੋਂ ਰਹਿਤ ਨੂੰ ਕਹਿੰਦੇ ਨੇ, ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਨਹੀਂ ਹੈ। ਸ਼ੁੱਧ ਸਰੂਪ ਨਿਰਮਲ ਉਦਕ ਗੋਬਿੰਦ ਕਾ ਨਾਮ। ਅਕਾਲ ਪੁਰਖ ਦਾ ਨਾਮ ਬੜਾ ਨਿਰਮਲ ਹੈ। ਜੋ ਨਾਮ ਜਪੇਗਾ ਉਹ ਨਿਰਮਲ ਹੋ ਜਾਵੇਗਾ। ਅੱਗੇ ਲਫ਼ਜ਼ ਵਰਤਿਆ ਹੈ ਅਮਰ। ਅਮਰ ਦੇ ਕਈ ਅਰਥ ਨੇ। ਅਮਰ ਦੇਵਤਿਆਂ ਨੂੰ ਵੀ ਕਹਿ ਦਿੱਤਾ ਜਾਂਦਾ ਹੈ, ਜੋ ਮਰੇ ਨਾ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਪਰਮਾਤਮਾ ਨੂੰ ਵੀ ਅਮਰ ਕਹਿ ਦਿੱਤਾ ਜਾਂਦਾ ਹੈ। ਅਮਰ ਦਾ ਮਤਲਬ ਅਟਲ ਹੁਕਮ ਵੀ ਹੈ, ਅਟਿਗ ਅਡੋਲ ਹਸਤੀ ਨੂੰ ਵੀ ਕਹਿ ਦਿੱਤਾ ਜਾਂਦਾ ਹੈ। ਤੇਰੀ ਅਮਰ ਰਜਾਏ, ਤੇਰਾ ਹੁਕਮ ਅਟਲ ਹੈ। ਪਰਮਾਤਮਾ ਅਚਲ ਹੈ, ਅਮੇਟ ਹੈ, ਕੋਈ ਮਿਟਾ ਨਹੀਂ ਸਕਦਾ। ਅਮਰ ਦਾ ਭਾਵ ਇਹ ਵੀ ਹੈ ਵੀ ਸਰੀਰ ਮਿਟ ਗਿਆ, ਨਾਮ ਦੁਨੀਆ ਤੇ ਸਦੀਵੀ ਰਹਿ ਗਿਆ। ਜਿਵੇਂ ਬਾਣੀ ਚ ਆਉਂਦਾ ਹੈ ਨਾ, ਪੀ ਅੰਮ੍ਰਿਤ ਆਕਾਨਿਆ ਗੁਰ ਅਮਰ ਕਰਾਇਆ। ਜਿਨੇ ਗੁਰੂ ਪਾਤਸ਼ਾਹ ਦੀ ਸ਼ਰਨ ਜਾਣਾ ਕੀਤਾ, ਗੁਰਾਂ ਨੇ ਨਾਮ ਬਖਸ਼ਿਆ, ਗੁਰਾਂ ਦੀ ਕਿਰਪਾ ਹੋਈ, ਪ੍ਰਮਾਤਮਾ ਨਾਲ ਸਾਨੂੰ ਉਹਨਾਂ ਮਿਲਾ ਦਿੱਤਾ। ਜਦੋਂ ਪ੍ਰਮਾਤਮਾ ਨਾਲ ਮਿਲ ਗਏ, ਪ੍ਰਮਾਤਮਾ ਅਮਰ ਹੈ। ਜਿਹੜਾ ਪ੍ਰਮਾਤਮਾ ਦੇ ਗੀਤ ਗਾਵੇਗਾ ਉਹਦਾ ਨਾਮ ਹੀ ਦੁਨੀਆ ਤੇ ਅਮਰ ਹੋ ਜਾਵੇਗਾ। ਗੁਰੂ ਨਾਨਕ ਤੁਠਾ ਮੇਲੇ ਹਰ ਭਾਈ। ਗੁਰੂ ਨਾਨਕ ਦੀ ਕਿਰਪਾ ਹੋਈ, ਪ੍ਰਮਾਤਮਾ ਮਿਲਿਆ। ਪ੍ਰਮਾਤਮਾ ਵਿੱਚ ਜੋ ਸਾਗਰ ਵਿੱਚ ਅਭੇਦ ਹੋ ਗਿਆ, ਉਹ ਅਮਰ ਹੋ ਗਿਆ। ਗੁਰੂ ਅਮਰਾ ਪਦ ਬਖਸ਼ਣ ਵਾਲਾ ਹੈ। ਜਿਵੇਂ ਬਾਬਾ ਬੁੱਢਾ ਜੀ ਅਮਰ ਨੇ, ਬਾਬਾ ਬਿਧੀ ਚੰਦ ਜੀ ਅਮਰ ਨੇ, ਬਾਬਾ ਜੇਠਾ ਜੀ ਅਮਰ ਨੇ, ਭਾਈ ਗੁਰਦਾਸ ਜੀ ਅਮਰ ਨੇ, ਪੰਜ ਪਿਆਰੇ ਅਮਰ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਅਮਰ ਨੇ, ਬਾਬਾ ਬੰਦਾ ਸਿੰਘ ਬਹਾਦਰ ਅਮਰ ਨੇ। ਮਹਾਤਮਾ ਮਹਾਪੁਰਸ਼ ਸ਼ਹੀਦ ਸਿੰਘ ਜਿਹੜੇ ਗੁਰੂ ਦੀ ਸ਼ਰਨ ਰਹਿੰਦੇ ਨੇ, ਸਾਰਾ ਜੀਵਨ ਗੁਰੂ ਦੇ ਹੁਕਮ ਵਿੱਚ ਬਤੀਤ ਕਰਦੇ ਨੇ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਵਿੱਚ ਅਭੇਦ ਉਹਨਾਂ ਦੀ ਹਸਤੀ ਹੈ। ਪਰਮਾਤਮਾ ਅਮਰ ਹੈ, ਉਹਦੇ ਗੀਤ ਗਾਉਣ ਵਾਲੇ ਵੀ ਅਮਰ ਹੋ ਜਾਂਦੇ ਨੇ।
ਸਦਾ ਉਹਨਾਂ ਦਾ ਨਾਮਣਾ ਰਹਿੰਦਾ ਹੈ। ਸੋ ਮਹਾਰਾਜ ਗੁਰੂ ਨਾਨਕ ਦੀ ਕਿਰਪਾ ਹੀ ਦੁਨੀਆ ਤੇ ਵਰਤਦੀ ਹੈ। ਦਾ ਗੁਰੂ ਮੇਕਸ ਯੂ ਇਮੋਰਟਲ। ਗੁਰੂ ਤੈਨੂੰ ਅਮਰਾ ਪਦਵੀ ਬਖਸ਼ ਸਕਦਾ ਹੈ। ਅਗਲੇ ਸ਼ਲੋਕ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਹੁਕਮ ਕਰਦੇ ਨੇ, ਕੱਲਰ ਕੇਰੀ ਛਪੜੀ ਕਊਆ ਮਲ ਮਲ ਨਾਏ। ਕੱਲਰ ਲਫ਼ਜ਼ ਉਸ ਜ਼ਮੀਨ ਲਈ ਵਰਤਿਆ ਜਾਂਦਾ ਹੈ ਜਿੱਥੇ ਬਹੁਤੀ ਰੇਹ ਹੋਵੇ। ਹੁਣ ਪਥਰੀਲੀ ਜ਼ਮੀਨ ਨੂੰ ਵੀ ਕੱਲਰ ਵਾਲੀ ਜ਼ਮੀਨ ਕਹਿ ਦਿੱਤਾ ਜਾਂਦਾ ਹੈ। ਜਿੱਥੇ ਕੋਈ ਫਸਲ ਨਹੀਂ ਹੋ ਸਕਦੀ, ਸ਼ੋਰੇ ਵਾਲੀ ਜ਼ਮੀਨ ਨੂੰ ਵੀ ਕੱਲਰ ਵਾਲੀ ਜ਼ਮੀਨ ਕਹਿ ਦਿੱਤਾ ਜਾਂਦਾ ਹੈ। ਕੋਈ ਵਨਸਪਤੀ ਉੱਥੇ ਨਹੀਂ ਉੱਗੇਗੀ। ਅੱਗੇ ਲਫ਼ਜ਼ ਵਰਤਿਆ ਹੈ ਛਪੜੀ। ਛੋਟੇ ਟੋਭੇ ਨੂੰ ਕਹਿੰਦੇ ਨੇ, ਜਿਵੇਂ ਪਿੰਡਾਂ 'ਚ ਛੱਪੜ ਹੁੰਦੇ ਨੇ। ਇੱਥੇ ਕਊਆ ਲਫ਼ਜ਼ ਵਰਤਿਆ ਗਿਆ ਹੈ ਉਸ ਮਨੁੱਖ ਦੇ ਲਈ ਜੋ ਵਿਸ਼ਿਆਂ ਵਿੱਚ, ਵਿਕਾਰਾਂ ਵਿੱਚ, ਗੰਦਗੀ ਵਿੱਚ ਡੁੱਬਿਆ ਹੋਇਆ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਕੱਲਰ ਦੀ ਛਪੜੀ ਦੇ ਵਿੱਚ ਕਊਆ ਨਹਾਉਂਦਾ ਹੈ ਨਾ, ਗੰਦਗੀ ਵਿੱਚ ਕਊਆ ਨਹਾਉਂਦਾ ਹੈ, ਆਨੰਦ ਮਾਣਦਾ ਹੈ, ਏਦਾਂ ਮਨਮੁਖ ਬੰਦਾ ਵਿਸ਼ਿਆਂ ਦੀ ਛਪੜੀ ਵਿੱਚ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਸ਼ੌਂਕ ਦੇ ਨਾਲ ਡੁੱਬਿਆ ਰਹਿੰਦਾ ਹੈ, ਇਸ਼ਨਾਨ ਕਰਦਾ ਹੈ ਔਰ ਵਿਕਾਰਾਂ ਦੇ ਵਿੱਚ ਬੜਾ ਪ੍ਰਸੰਨ ਚਿੱਤ ਰਹਿੰਦਾ ਹੈ। ਮਹਾਰਾਜ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਅੱਗੇ ਕਹਿੰਦੇ ਨੇ, ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਦੀ ਆਏ। ਹੁਣ ਕਊਆ ਜਦੋਂ ਮੈਲ ਦੇ ਵਿੱਚ ਨਹਾਵੇਗਾ, ਮੱਧ ਪਡਲ ਦੇ ਵਿੱਚ ਇਸ਼ਨਾਨ ਕਰੇਗਾ, ਉਹਦਾ ਤਨ ਗੰਦਾ ਹੋ ਜਾਣਾ ਹੈ ਤੇ ਮਨ ਵੀ ਮੈਲਾ ਹੈ, ਤਾਂ ਹੀ ਤੇ ਗੰਦਗੀ ਨੂੰ ਫੋਲਦਾ ਰਹਿੰਦਾ ਹੈ। ਕਊਏ ਅੱਗੇ ਕੇਸਰ ਰੱਖ ਦਿਓ, ਉਹਨੇ ਕੀ ਕਰਨਾ ਹੈ? ਕਸਤੂਰੀ ਰੱਖ ਦਿਓ, ਉਹਨੇ ਥੋੜਾ ਖਾਣੀ ਹੈ। 36 ਪ੍ਰਕਾਰ ਦੇ ਭੋਜਨ ਰੱਖ ਦਿਓ, ਕੀ ਕਰਨੇ ਨੇ? ਰੂੜੀ ਤੇ ਜਾ ਕੇ ਹੀ ਬੈਠੇਗਾ, ਗੰਦਗੀ ਹੀ ਫੋਲੇਗਾ, ਉੱਥੇ ਹੀ ਆਨੰਦਿਤ ਰਹੇਗਾ। ਮਨਮੁਖ ਬੰਦੇ ਨੂੰ ਰੱਬ ਦੇ ਗੀਤ ਗਾਉਣੇ ਥੋੜਾ ਚੰਗੇ ਲੱਗਦੇ ਨੇ, ਸੇਵਾ ਸਿਮਰਨ ਭਜਨ ਥੋੜਾ ਚੰਗਾ ਲੱਗਦਾ। ਉਹ ਤੇ ਤਿਆਰ ਰਹਿੰਦਾ ਹੈ, ਗੁਰਦੁਆਰੇ ਨੂੰ ਜਿੰਦਰਾ ਮਾਰੋ, ਮੰਦਰਾਂ ਨੂੰ ਜਿੰਦਰਾ ਮਾਰੋ, ਮਸਜਿਦਾਂ ਨੂੰ ਜਿੰਦਰੇ ਮਾਰੋ। ਮਨਮੁਖ ਬੰਦਾ ਵੇਸਵਾਗਾਮੀ ਹੋਵੇਗਾ, ਨਸ਼ੇੜੀ ਹੋਵੇਗਾ, ਭੱਦੀ ਸੰਗਤ ਹੀ ਭਾਲੇਗਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਹੀ ਚੁੱਭੀ ਲਾਵੇਗਾ। ਹੁਣ ਜਿਹੜਾ ਮੈਲਾ ਬੰਦਾ ਹੈ, ਮੈਲ ਨਾਲ ਭਰਿਆ ਹੋਇਆ ਬੰਦਾ ਹੈ, ਅਵਗਣੀ ਬੰਦਾ ਹੈ, ਦੋਸ਼ੀ ਬੰਦਾ ਹੈ, ਪਾਪੀ ਬੰਦਾ ਹੈ, ਯਾਦ ਰੱਖਿਓ ਜੇ ਉਹਨੇ ਤਨ ਦੇ ਨਾਲ ਕਿਸੇ ਵਿਕਾਰ ਨੂੰ ਭੋਗਿਆ ਹੈ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਉਹ ਸਹਿਤ ਹੈ, ਤੇ ਮਨ ਵੀ ਉਹਦੇ ਨੂੰ ਮੈਲ ਲੱਗੇਗੀ। ਮਨ ਮੈਲਾ ਹੈ ਤੇ ਤਨ ਮੈਲਾ ਹੈ, ਤਨ ਮੈਲਾ ਹੈ ਤੇ ਮਨ ਮੈਲਾ ਹੈ। ਕਿਉਂਕਿ ਮੈਲਾ ਫੁਰਨਾ ਮਨ ਵਿੱਚ ਆਇਆ ਤੇ ਫਿਰ ਹੀ ਸਰੀਰ ਨੇ ਅੰਜਾਮ ਤੱਕ ਪਹੁੰਚਾਇਆ ਨਾ। ਵੇਸਵਾ ਦਾ ਸੰਗ ਕਰਨਾ ਲੋਚਿਆ, ਮਨ ਚੋਂ ਫੁਰਨਾ ਪੈਦਾ ਹੋਇਆ, ਤਨ ਨੇ ਜਾ ਕੇ ਸੰਗ ਕਰ ਲਿਆ, ਮੈਲਾ ਹੋ ਗਿਆ। ਸੋ ਮਹਾਰਾਜ ਕਹਿੰਦੇ ਨੇ ਮਨ ਮੈਲਾ ਹੈ, ਦੂਜੇ ਭਾਏ। ਪਰਮਾਤਮਾ ਤੋਂ ਬਿਨਾਂ ਜਿਹੜਾ ਆਪਾਂ ਦੂਜੇ ਭਾਏ ਭਾਵ ਦਵੈਸ਼ ਵਿੱਚ ਪਏ ਰਹਿੰਦੇ ਹਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ ਪ੍ਰੇਮ ਕਰਦੇ ਹਾਂ, ਜੀਵਨ ਬਤੀਤ ਕਰਦੇ ਹਾਂ, ਕਹਿੰਦੇ ਮੈਲ ਹੀ ਲੱਗ ਰਹੀ ਹੈ। ਮਨ ਮੈਲਾ, ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਔਰ ਮਨ ਦੇ ਮੈਲੇ ਹੋਇਆਂ ਤਨ ਵੀ ਮੈਲਾ ਹੈ। ਜੇ ਤੁਸੀਂ ਆਖੋ ਮਨ ਵਿੱਚ ਮੈਲ ਹੀ ਮੈਲ, ਮੈਲੇ ਫੁਰਨੇ ਹੀ ਫੁਰਨੇ, ਵਿਕਾਰ ਹੀ ਵਿਕਾਰ, ਭੈੜੀਆਂ ਚਿਤਵਨੀਆਂ ਪਾਪ ਹੀ ਪਾਪ ਨੇ,
ਤੇ ਤਨ ਦਾ ਇਸ਼ਨਾਨ ਕਰਵਾ ਲਓ, ਤੀਰਥ ਤੇ ਮਨ ਦੀ ਮੈਲ ਲੈ ਗਈ। ਮਹਾਰਾਜ ਕਹਿੰਦੇ ਮਨ ਅੱਛਾ ਨਹੀਂ ਹੋਣਾ ਤਨ ਨੂੰ ਧੋਤਿਆਂ, ਮਨ ਦੀ ਮੈਲ ਨਾਮ ਜਪਿਆਂ ਹੀ ਲਵੇਗੀ। ਮਨ ਤਾਈਂ ਜਲ ਦੀ ਪਹੁੰਚ ਨਹੀਂ ਹੈ, ਜਲ ਦੀ ਪਹੁੰਚ ਤਨ ਤਾਈਂ ਹੈ। ਮਨ ਫਿਰ ਕਿਵੇਂ ਸਾਫ਼ ਹੁੰਦਾ ਹੈ? ਮਹਾਰਾਜ ਕਹਿੰਦੇ ਜਿਵੇਂ ਤੁਸੀਂ ਤਨ ਦੀ ਸਫਾਈ ਲਈ, ਸਥੂਲ ਵਸਤੂਆਂ ਦੀ ਸਫਾਈ ਲਈ ਪਾਣੀ ਸਾਬਣ ਵਰਤਦੇ ਹੋ ਨਾ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਏਦਾਂ ਮਨ ਜਿਹੜਾ ਹੈ ਉਹ ਸੂਖਸ਼ਮ ਹੈ, ਅੱਖਾਂ ਦਾ ਵਿਸ਼ਾ ਨਹੀਂ। ਨਾਮ ਵੀ ਅੱਖਾਂ ਦਾ ਵਿਸ਼ਾ ਨਹੀਂ, ਸੂਖਸ਼ਮ ਹੈ। ਸੋ ਮਨ ਨੂੰ ਧੋਣ ਦੇ ਲਈ, ਪਾਪ ਮਿਟਾਉਣ ਦੇ ਲਈ ਨਾਮ ਜਲ ਦੀ ਲੋੜ ਪੈਣੀ ਹੈ। ਮਹਾਰਾਜ ਕਹਿੰਦੇ ਨੇ ਜਦੋਂ ਤਨ ਤੁਸੀਂ ਸਾਫ਼ ਕਰਦੇ ਹੋ ਜਲ ਦੇ ਨਾਲ, ਸਾਬਣ ਦੇ ਨਾਲ, ਉਹ ਸੋਭਨੀਕ ਜਾਪਦਾ ਹੈ। ਜਦੋਂ ਮਨ ਮੈਲਾ ਹੋਵੇ, ਨਾਮ ਜਲ ਦੇ ਨਾਲ ਇਹਦੀ ਸਫਾਈ ਕਰੋ, ਨਾਮ ਜਪਿਆ ਕਰੋ, ਨਾਮ ਨਾਲ ਧੋਇਆ ਕਰੋ, ਇੱਕ ਨਾ ਇੱਕ ਦਿਨ ਮੈਲ ਲੈ ਜਾਵੇ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਸੋ ਦੀਨ ਦੁਨੀਆ ਦੇ ਮਾਲਕ ਇੱਥੇ ਨਾਮ ਦੀ ਮਹਿਮਾ ਦਰਸਾਉਂਦੇ ਨੇ। ਹੁਣ ਕਾਂ ਕੀ ਕਰਦਾ ਹੈ? ਚੁੰਝ ਦੇ ਵਿੱਚ ਗੰਦਗੀ ਲੈ ਲੈਂਦਾ ਹੈ, ਗੰਦਗੀ ਖਾਂਦਾ ਹੈ, ਗੰਦਗੀ ਫਰੋਲਦਾ ਹੈ, ਰੂੜੀਆਂ ਤੇ ਉਹਦੀ ਉਡਾਰੀ ਹੈ। ਮਹਾਰਾਜ ਆਖਣ ਲੱਗੇ ਜਿਹੜਾ ਮਨਮੁਖ ਬੰਦਾ ਹੈ ਉਹਦੇ ਮੂੰਹ ਵਿੱਚ ਨਿੰਦਾ ਰੂਪੀ ਗੰਦਗੀ ਹੀ ਹਮੇਸ਼ਾ ਰਵੇਗੀ। ਨਿੰਦਕ ਨਿੰਦਾ ਕਰ ਮਲ ਧੋਵੈ, ਉਹ ਮਲ ਭਖ ਮਾਇਆ ਧਾਰੀ। ਸੰਤ ਜਨਾ ਕੀ ਨਿੰਦਾ ਵਿਆਪੇ, ਨਾ ਉਰਵਾਰ ਨਾ ਪਾਰੀ। ਇੱਥੇ ਲਫ਼ਜ਼ ਹੈ ਮਲ ਭਖ। ਇਹ ਕਿਹਾ ਜਾਂਦਾ ਹੈ ਕਾਕ ਨੂੰ, ਕਊਏ ਨੂੰ, ਜੋ ਮਲ ਖਾਂਦਾ ਹੈ, ਜੋ ਗੰਦਗੀ ਖਾਂਦਾ ਹੈ। ਕਹਿੰਦੇ ਨਿੰਦਾ ਕਰਨ ਵਾਲਾ ਬੰਦਾ ਕਊਏ ਦੀ ਨਿਆਈ ਗੰਦਗੀ ਹੀ ਖਾ ਰਿਹਾ ਹੈ, ਕਿਸੇ ਦੇ ਔਗਣ ਫਰੋਲ ਰਿਹਾ ਹੈ। ਦਿਨ ਰਾਤ ਉਹ ਨਿੰਦਾ ਕਰੇਗਾ। ਅੱਛਾ, ਅਗਲੇ ਦੀ ਮੈਲ ਧੋਈ ਜਾਂਦਾ ਤੇ ਆਪ ਮੈਲਾ ਹੋਈ ਜਾਂਦਾ ਹੈ। ਸਾਧੂਆਂ ਦੀ, ਮਹਾਂਪੁਰਸ਼ਾਂ ਦੀ ਨਿੰਦਾ ਕਰੀ ਗਿਆ ਉਰਵਾਰ। ਇਹ ਲੋਕ ਵੀ ਉਹਦਾ ਅਜਾਈਂ ਚਲਿਆ ਗਿਆ, ਜੀਵਨ ਵਿਅਰਥ ਚਲਿਆ ਗਿਆ। ਨਾ ਪਾਰੀ, ਪਾਰਲਾ ਕੰਢਾ ਸੰਸਾਰ ਤੋਂ ਜੋ ਪਰਲੋਕ ਹੈ ਉੱਥੇ ਵੀ ਜਗ੍ਹਾ ਨਾ ਮਿਲੀ, ਨਰਕਾਂ ਵਿੱਚ ਉਹ ਸੁੱਟਿਆ ਜਾਂਦਾ ਹੈ। ਸੋ ਯਾਦ ਰੱਖਿਓ ਨਿੰਦਾ ਮਹਾ ਪਾਪ ਹੈ ਕੀ ਹੈ ਨਿੰਦਾ? ਦੋਸ਼ ਕਹਿਣ ਦੀ ਕਿਰਿਆ, ਗੁਣਾਂ ਵਿੱਚ ਦੋਸ਼ ਥਾਪਣ ਦਾ ਕਰਮ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਪਰ ਨਿੰਦਾ ਬਹੁ ਕੂੜ ਕਮਾਵੈ, ਵਿਸਟਾ ਕਾ ਕੀੜਾ ਵਿਸਟਾ ਮਾਹੇ ਸਮਾਵੈ। ਕਈ ਕੀੜੇ ਹੁੰਦੇ ਨਾ ਉਹ ਗੰਦਗੀ ਨੂੰ ਹੀ ਫਰੋਲਦੇ ਨੇ। ਨਿੰਦਕ ਏਦਾਂ ਦਾ ਕੀੜਾ ਹੈ ਜਿਹੜਾ ਉਗਣ ਹੀ ਫਰੋਲਦਾ ਰਹਿੰਦਾ ਹੈ। ਲੱਖੋਂ ਨੂੰ ਰੋਕੋ, ਲੱਖੋਂ ਨੂੰ ਟੋਕੋ, ਉਹ ਨਿੰਦਾ ਹੀ ਕਰਦਾ ਰਹੇਗਾ। ਉਹਦਾ ਜੀਵਨ ਹੀ ਗੰਦਗੀ ਫਰੋਲਣ ਲਈ ਮਿਲਿਆ ਹੈ। ਦੂਸਰਾ ਇਹਦਾ ਭਾਵ ਹੈ ਨਿੰਦਾ ਕਰਨ ਵਾਲਾ ਵਿਸ਼ਟਾ ਦਾ ਕੀੜਾ ਬਣਾਇਆ ਜਾਂਦਾ ਹੈ, ਨਰਕਾਂ ਵਿੱਚ ਪਾਇਆ ਜਾਂਦਾ ਹੈ। ਉਹਨੂੰ ਸਜ਼ਾ ਹੀ ਐਸੀ ਮਿਲਦੀ ਹੈ। ਹੀ ਇਜ਼ ਅ ਮੈਗੋਟ ਇਨ ਮੈਨਿਓਰ। ਗੰਦਗੀ ਫਰੋਲਣ ਵਾਲਾ ਉਹ ਕੀੜਾ ਹੋ ਜਾਵੇਗਾ। ਕਈ ਜਗ੍ਹਾ ਇਹ ਜ਼ਿਕਰ ਕੀਤਾ ਹੈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ, ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨ ਜਨਮ ਗਵਾਈ। ਐ ਅਕਾਲ ਪੁਰਖ ਹੈ ਗੁਰੂ ਨਾਨਕ ਤੇਰੇ ਪਿਆਰਿਆਂ ਦੀ ਜੋ ਨਿੰਦਾ ਕਰਦਾ ਹੈ ਉਹਨੂੰ ਮਾਰ ਕੇ ਪਚਾ ਦਿੰਨਾ ਹੈ, ਖੁਆਰ ਕਰਦਾ ਹੈ, ਉਹਦਾ ਖੁਰਾ ਖੋਜ ਮਿਟਾ ਦਿੰਨਾ ਹੈ। ਜੋ ਸਾਧੂਆਂ ਦੀ ਨਿੰਦਾ ਕਰਦਾ ਹੈ ਉਹਦਾ ਜਿਹੜਾ ਜਨਮ ਹੈ ਉਹ ਅਜਾਈਂ ਚਲਿਆ ਜਾਂਦਾ ਹੈ। ਰਾਮ ਨਾਮ ਕਦੇ ਚੇਤਹਿ ਨਾਈ, ਅੰਤ ਗਏ ਪਛੁਤਾਈ। ਰਾਮ ਦਾ ਨਾਮ ਚੇਤਿਆ ਨਾ। ਜ਼ੁਬਾਨ ਰੱਬ ਦੇ ਗੀਤ ਗਾਉਣ ਨੂੰ ਮਿਲੀ ਸੀ, ਇਸ ਚੁੰਝ ਦੇ ਵਿੱਚ ਗੰਦਗੀ ਨਿੰਦਿਆ ਹੀ ਭਰ ਛੱਡੀ, ਵਿਅਰਥ ਚਲਿਆ ਗਿਆ ਜੀਵਨ। ਦੇਖੋ ਠੀਕ ਹੈ, ਕਈ ਵਾਰ ਇਹ ਦਾਵਾ ਕਰ ਦਿੰਦੇ ਨੇ ਨਿੰਦਕ ਅਸੀਂ ਤੇ ਸੱਚ ਬੋਲਦੇ ਹਾਂ ਜੀ। ਸੱਚ ਇੱਕ ਵਾਰ ਬੋਲਿਆ ਜਾਂਦਾ ਹੈ,
ਕਿਸੇ ਵਿੱਚ ਔਗਣ ਹੈ, ਠੀਕ ਹੈ, ਤੂੰ ਦੱਸ ਦਿੱਤਾ, ਵਾਰ-ਵਾਰ ਫਰੋਲਦਾ ਹੈ ਜਾਣ ਬੁੱਝ ਕੇ, ਇਹ ਨਿੰਦਾ ਹੋ ਗਈ। ਦੂਸਰਾ ਪੱਖ ਇਹ ਵੀ ਹੈ ਵੀ ਦੇਖੋ, ਕੰਡੇ ਨੂੰ ਕੰਡਾ ਕਹਿ ਦਿੱਤਾ, ਇਹ ਗੁਨਾਹ ਨਹੀਂ ਸੀ। ਇੱਥੇ ਫੁੱਲ ਨੂੰ ਕੰਡਾ ਕਿਹਾ ਜਾ ਰਿਹਾ ਹੈ। ਮੀਠੇ ਕਉ ਕੌੜਾ ਕਹੈ, ਕੜੂਏ ਕੋ ਮੀਠਾ, ਰਾਤੇ ਕੀ ਨਿੰਦਾ ਕਰ ਹੈ, ਐਸਾ ਕਲਮ ਹੈ ਡੀਠਾ। ਮਹਾਰਾਜ ਕਹਿੰਦੇ ਨੇ, ਜਿਹੜੇ ਨਾਮ ਰਸ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਇਹ ਸਾਖਤ ਕਹਿ ਦਿੰਦਾ ਹੈ, ਨਿੰਦਕ ਬੰਦਾ। ਜਿਹੜੇ ਸਾਖਤ ਨੇ ਉਹਨਾਂ ਨੂੰ ਗੁਰਮੁਖ ਕਹਿ ਦਿੰਦਾ ਹੈ। ਮਿੱਠੇ ਨੂੰ ਕੌੜਾ ਕਹਿ ਦੇਣਾ ਤੇ ਕੌੜੇ ਨੂੰ ਮਿੱਠਾ ਕਹਿ ਦੇਣਾ। ਜਿਹੜੇ ਪਰਮਾਤਮਾ ਦੇ ਪ੍ਰੇਮ ਵਿੱਚ ਰਾਤੇ ਹੋਏ ਨੇ, ਭਿੱਜੇ ਹੋਏ ਨੇ, ਉਹਨਾਂ ਨੂੰ ਬੁਰਾ ਕਹਿੰਦਾ ਹੈ। ਜਿਹੜੇ ਮਨਮੁਖ ਲੋਕ ਨੇ ਉਹਨਾਂ ਨੂੰ ਚੰਗਾ ਕਹਿੰਦਾ ਹੈ। ਫੁੱਲਾਂ ਨੂੰ ਕੰਡੇ ਕਹਿੰਦਾ ਹੈ, ਕੰਡਿਆਂ ਨੂੰ ਫੁੱਲ ਕਹਿੰਦਾ ਹੈ। ਇਹ ਕਲਯੁਗ ਦੇ ਵਿੱਚ ਨਿੰਦਕ ਦਾ ਕਰਮ ਹੈ। ਸੋ ਮਹਾਰਾਜ ਕਹਿੰਦੇ, ਦੇਖ ਭਾਈ, ਤੂੰ ਨਿੰਦਾ ਕਰਕੇ ਅਗਲੇ ਦਾ ਕੁਝ ਘਟਾ ਨਹੀਂ ਸਕਦਾ, ਅਗਲੇ ਦੀ ਮੈਲ ਹੀ ਲਾ ਰਿਹਾ ਹੈ। ਬਾਣੀ ਕਹਿੰਦੀ ਹੈ, ਰਿਧੈ ਸੁਧ ਜੋ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਧੋਏ। ਕਬੀਰ ਜੀ ਮਹਾਰਾਜ ਕਹਿੰਦੇ ਨੇ, ਤੇਰੇ ਵਿੱਚ ਠੀਕ ਹੈ ਜੇ ਔਗਣ ਨੇ ਨਾ, ਗੁੱਸਾ ਨਾ ਕਰ ਜੇ ਕੋਈ ਨਿੰਦਾ ਕਰਦਾ ਹੈ। ਜਿਵੇਂ ਜਿਵੇਂ ਨਿੰਦਾ ਕਰੇਗਾ ਤਿਵੇਂ ਤਿਵੇਂ ਤੇਰਾ ਹਿਰਦਾ ਸ਼ੁੱਧ ਹੁੰਦਾ ਜਾਵੇਗਾ, ਤੇਰੇ ਪਾਪ ਘਟਦੇ ਜਾਣਗੇ, ਮਿਟਦੇ ਜਾਣਗੇ। ਤੇਰਾ ਜਿਹੜਾ ਮਨ ਹੈ ਉਹ ਸਾਫ਼ ਹੁੰਦਾ ਜਾਵੇਗਾ। ਨਿੰਦਕ ਤੇ ਉਸ ਸਾਬਣ ਵਰਗਾ ਹੈ ਜਿਹੜਾ ਕੱਪੜੇ ਧੋ ਰਿਹਾ ਹੈ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ। ਨਿੰਦਕ ਨਾਲ ਪ੍ਰੇਮ ਕਰੋ, ਕਿਉਂਕਿ ਨਿੰਦਾ ਕਰਨ ਵਾਲਾ ਤੁਹਾਡੇ ਔਗਣ ਧੋ ਕੇ ਤੁਹਾਡਾ ਉਧਾਰ ਕਰਵਾ ਦੇਵੇਗਾ, ਤੁਹਾਨੂੰ ਮੁਕਤੀ ਮਿਲ ਜਾਵੇਗੀ। ਸਲੈਂਡਰ ਇਜ਼ ਮਾਈ ਸੈਲਵੇਸ਼ਨ, ਮੈਨੂੰ ਮੁਕਤੀ ਦਿਵਾਉਣ ਵਾਲਾ ਹੀ ਨਿੰਦਕ ਹੈ। ਕਬੀਰ ਜੀ ਕਹਿੰਦੇ, ਐਸੀ ਸੋਚ ਰੱਖੋ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ, ਪਾਰ ਤੇ ਸਿੱਟਾ ਕੀ ਨਿਕਲਿਆ। ਵੇਖੋ, ਜੀਵਨ ਵਿੱਚ ਨਿੰਦਾ ਦਾ ਭਾਰ ਸੀ, ਇਸ ਜੀਵਨ ਰੂਪੀ ਬੇੜੇ ਵਿੱਚ ਪਾਪਾਂ ਦਾ ਭਾਰ ਸੀ। ਹੁਣ ਹੋਇਆ ਕੀ ਹੈ, ਤੁਹਾਡੇ ਪਾਪਾਂ ਦਾ ਬੋਝ ਨਿੰਦਕ ਨੇ ਨਿੰਦਾ ਕਰ ਕਰਕੇ ਆਪਣੇ ਸਿਰ ਉਠਾ ਲਿਆ। ਉਹ ਆਪ 84 ਲੱਖ ਜੂਨਾਂ ਵਿੱਚ ਡੁੱਬ ਗਿਆ। ਤੁਹਾਡਾ ਜੀਵਨ ਬੜਾ ਹਲਕਾ ਹੋ ਗਿਆ। ਤੁਹਾਡੇ ਵਿਕਾਰ ਉਹਨੇ ਮਿਟਾ ਦਿੱਤੇ, ਤੁਹਾਡੇ ਦਾਗ ਉਹਨੇ ਮਿਟਾ ਦਿੱਤੇ, ਤੁਸੀਂ ਹੌਲੇ ਹੋ ਗਏ, ਮੁਕਤੀ ਮਿਲ ਗਈ। ਦਾ ਸਿਲੰਡਰ ਇਜ਼ ਡਰਾਊਂਡ, ਨਿੰਦਾ ਕਰਨ ਵਾਲਾ ਕਹਿੰਦੇ ਡੁੱਬ ਗਿਆ। ਵਾਈਲ ਆਈ ਐਮ ਕੈਰਿਡ ਅਕ੍ਰੋਸ, ਮਹਾਰਾਜ ਕਹਿੰਦੇ ਨੇ ਜਿਹਦੀ ਨਿੰਦਾ ਹੋਈ ਉਹ ਮੁਕਤ ਹੋ ਗਿਆ। ਫਿਰ ਦਰਗਾਹ ਵਿੱਚ ਕੀ ਹੁੰਦਾ ਹੈ, ਨਿੰਦਕ ਦੇ ਨਾਲ ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਭਾਈ। ਸਾਧੂਆਂ ਨੂੰ ਗੁਰੂ ਨੇ ਦਾਤ ਦਿੱਤੀ ਹੈ, ਨਾਮ ਜਪ ਕੇ ਉਹ ਵਡਿਆਈ ਖੱਟ ਰਹੇ ਸਨ। ਨਿੰਦਕ ਨੂੰ ਉਹਨਾਂ ਦੀ ਦਾਤ, ਉਹਨਾਂ ਦੀ ਸ਼ੋਭਾ ਚੰਗੀ ਨਾ ਲੱਗੀ। ਕਹਿੰਦੇ ਲੋਕ ਪਰਲੋਕ ਵਿੱਚ ਉਹਦਾ ਮੂੰਹ ਕਾਲਾ ਕੀਤਾ ਜਾਵੇਗਾ। ਔਰ ਮੈਂ ਇਹ ਵੀ ਕਹਿ ਦੇਵਾਂ, ਨਿੰਦਾ ਸੁਣਨੀ ਵੀ ਓਡਾ ਹੀ ਪਾਪ ਹੈ। ਕਈਆਂ ਨੂੰ ਬੜਾ ਸਵਾਦ ਹੁੰਦਾ ਹੈ ਐਸੇ ਨਿੰਦਕਾਂ ਦੇ ਬੋਲ ਸੁਣ ਸੁਣ ਕੇ। ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ। ਸੂਤਕ ਕੀ ਹੁੰਦਾ ਹੈ, ਦੋਸ਼ ਨੂੰ ਕਿਹਾ ਜਾਂਦਾ ਹੈ। ਨਾਨਕ ਹੰਸਾ ਆਦਮੀ ਬੱਧੇ ਜਮਪੁਰ ਜਾਹੇ। ਕਹਿੰਦੇ ਇਹ ਵੱਡਾ ਦੋਸ਼ ਹੈ ਬੰਦੇ ਵਿੱਚ ਜੇ ਉਹ ਨਿੰਦਾ ਕੰਨਾਂ ਨਾਲ ਸੁਣਦਾ ਹੈ। ਤੇ ਫਿਰ ਚਾਹੇ ਉਹਦੇ ਹੰਸਾਂ ਵਰਗੇ ਚਿੱਟੇ ਕੱਪੜੇ ਹੀ ਕਿਉਂ ਨਾ ਹੋਣ, ਵੇਖਣ ਨੂੰ ਸਾਧ ਹੀ ਕਿਉਂ ਨਾ ਜਾਪਦਾ ਹੋਵੇ, ਵੇਖਣ ਨੂੰ ਮਹਾਤਮਾ ਹੀ ਕਿਉਂ ਨਾ ਜਾਪਦਾ ਹੋਵੇ, ਪਰ ਚਿੱਟੇ ਵਸਤਰਾਂ ਨਾਲ ਯਾਦ ਰੱਖਿਓ ਮਨ ਚਿੱਟਾ ਨਹੀਂ ਹੋਣਾ। ਮਨ ਤੇ ਨਿੰਦਾ ਦੀ ਮੈਲ ਚੜ ਗਈ ਹੈ, ਕੁਝ ਜ਼ੁਬਾਨ ਨਾਲ ਕਰਕੇ, ਕੁਝ ਕੰਨਾਂ ਨਾਲ ਸੁਣ ਕੇ। ਫਿਰ ਸਜ਼ਾ ਕੀ ਮਿਲੀ, ਬੱਧੇ ਜਮਪੁਰ ਜਾਹੇ। ਇਹਨਾਂ ਨੂੰ ਜਮਾਂ ਦੀ ਮਾਰ ਭੋਗਣੀ ਪੈਂਦੀ ਹੈ ਜਿਹੜੇ ਨਿੰਦਾ ਸੁਣ ਵੀ ਲੈਂਦੇ ਨੇ। ਨਿੰਦਾ ਕਰਦਾ ਪਚਮੂਆ ਵਿੱਚ ਦੇਹੀ ਭਖੈ, ਸੱਚੈ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੈ।
ਨਾਨਕ ਤਿਸ ਸਰਣਾਗਤੀ ਜੋ ਪੁਰਖ ਅਲਖੈ। ਇੱਕੋ ਹੀ ਹੱਲ ਹੈ, ਜੇ ਡੁੱਬਣੋਂ ਬਚਣਾ ਹੈ, ਨਿੰਦਾ ਕਰਦਿਆਂ ਜੀਵਨ ਲੰਘਿਆ ਹੈ, ਤੇ ਅਕਾਲ ਪੁਰਖ ਗੁਰੂ ਅੱਗੇ ਬੇਨਤੀ ਕਰਿਆ ਕਰੇ ਭੈੜੀ ਆਦਤ ਸਾਡੀ ਚਲੀ ਜਾਵੇ। ਨਿੰਦਾ ਕਰਨੀ ਅਸੀਂ ਛੱਡ ਦਈਏ, ਫਿਰ ਹੀ ਮੁਕਤੀ ਹੁੰਦੀ ਹੈ। ਪਰ ਮਨਮੁਖ ਦਾ ਸਾਕਤ ਦਾ ਸੁਭਾਅ ਹੈ, ਜਿਵੇਂ ਕਊਆ ਚੁੰਝ ਨਾਲ ਗੰਦ ਫਰੋਲਦਾ ਹੈ, ਇਹ ਲੋਕਾਂ ਦੇ ਔਗਣ ਫਰੋਲਦਾ ਹੈ। ਜ਼ੁਬਾਨ ਰੂਪੀ ਚੁੰਝ ਦੇ ਨਾਲ ਸਦਾ ਹੀ ਨਿੰਦਾ ਕਰਦਾ ਰਹਿੰਦਾ ਹੈ। ਅੱਗੇ ਗੁਰੂ ਨਾਨਕ ਸਾਹਿਬ ਹੁਕਮ ਕਰਦੇ ਨੇ, ਸਰਵਰ ਹੰਸ ਨਾ ਜਾਣਿਆ, ਕਾਗ ਕੋ ਪੰਖੀ ਸੰਗ। ਹੁਣ ਹੰਸ ਨੂੰ ਬੜਾ ਸੁਚੇਤ ਹੋ ਕੇ ਰਹਿਣਾ ਪਵੇਗਾ। ਕੁਪੰਖੀ ਦੀ ਸੰਗਤ ਨਾ ਕਰੇ, ਕਊਏ ਦੀ ਸੰਗਤ ਨਾ ਕਰੇ, ਕਿਉਂਕਿ ਜਿਹੜਾ ਹੰਸ ਹੈ ਉਹਦੀ ਖੁਰਾਕ ਬੜੀ ਸ਼ੁੱਧ ਹੈ, ਉਹ ਸਾਫ਼ ਖਾਂਦਾ ਹੈ, ਉਹਦਾ ਰੰਗ ਰੂਪ ਬੜਾ ਸਾਫ਼ ਹੈ, ਬੜਾ ਉਹਦਾ ਠੰਡਾ ਸੁਭਾਅ ਹੈ, ਆਨੰਦ ਵਿੱਚ ਰਹਿਣ ਵਾਲੀ ਉਹਦੀ ਹਸਤੀ ਹੈ। ਸੋ ਇੱਥੇ ਹੰਸ ਮਹਾਂਪੁਰਸ਼ਾਂ ਨੂੰ ਕਿਹਾ ਹੈ, ਗੁਰਮੁਖਾਂ ਨੂੰ ਕਿਹਾ ਹੈ, ਕਊਏ ਮਨਮੁਖਾਂ ਨੂੰ ਕਿਹਾ ਹੈ ਜੋ ਨਿੰਦਾ ਰੂਪੀ ਗੰਦਗੀ ਫਰੋਲਦੇ ਨੇ। ਸੋ ਐਸੇ ਕਊਏ, ਐਸੇ ਕੁਪੰਖੀ, ਐਸੇ ਜਿਹੜੇ ਸਾਕਤ ਲੋਕ ਨੇ, ਹੇ ਹੰਸ, ਹੇ ਮਹਾਤਮਾ, ਧਿਆਨ ਰੱਖ, ਉਹਨਾਂ ਦੀ ਸੰਗਤ ਨਹੀਂ ਤੂੰ ਕਰਨੀ। ਮੈਂ ਇੱਕ ਉਦਾਹਰਣ ਦ੍ਰਿਸ਼ਟਾਂਤ ਸਮਝਾਉਣ ਲਈ ਦੇਵਾਂਗਾ ਤੁਹਾਨੂੰ। ਵੇਖੋ, ਇੱਕ ਕਾਗ, ਇੱਕ ਕਊਆ ਨਾ ਮਾਨ ਸਰੋਵਰ ਤੇ ਉੱਡ ਕੇ ਚਲਿਆ ਗਿਆ। ਉਥੇ ਹੰਸ ਨਾਲ ਯਾਰੀ ਪਾ ਲਈ ਤੇ ਹੰਸ ਨੂੰ ਕਹਿੰਦਾ ਵੀ ਆਪਾਂ ਹੁਣ ਮਿੱਤਰ ਬਣ ਗਏ ਆ, ਤੇਰਾ ਦੇਸ਼ ਮੈਂ ਘੁੰਮ ਲਿਆ ਤੇ ਚੱਲ ਤੈਨੂੰ ਆਪਣਾ ਦੇਸ਼ ਘੁਮਾ ਲਿਆਵਾਂ। ਮਾਨ ਸਰੋਵਰ ਤੋਂ ਉਡਾਰੀ ਭਰੀ ਤੇ ਕਿਧਰੇ ਦੂਰ ਨਿਕਲ ਗਏ। ਰਾਜਾ ਭੋਜ ਦੀ ਕਚਹਿਰੀ ਸੱਜੀ ਹੋਈ ਸੀ। ਉੱਥੇ ਬੜਾ ਸੁੰਦਰ ਰੁੱਖ ਸੀ, ਥੱਲੇ ਰਾਜੇ ਦਾ ਸਿੰਘਾਸਣ ਲੱਗਾ ਹੋਇਆ ਸੀ ਤੇ ਕਊਆ ਤੇ ਹੰਸ ਉਸ ਰੁੱਖ ਤੇ ਬੈਠੇ ਨੇ। ਕਊਏ ਨੇ ਮਾਰੀ ਵੇਠਾ, ਆਪ ਉੱਡ ਗਿਆ। ਬੜਾ ਗਿਲਾ ਕੀਤਾ ਰਾਜੇ ਦੇ ਕਰਿੰਦਿਆਂ ਨੇ ਵੀ ਇਹ ਜਿਹੜਾ ਪੰਛੀ ਹੈ ਇਹਨੇ ਵੇਠ ਮਾਰੀ ਹੈ। ਉਹ ਹੰਸ ਕਾਬੂ ਆ ਗਿਆ, ਹੰਸ ਤੇ ਜਾਲ ਪੈ ਗਿਆ। ਤੇ ਉੱਥੇ ਵਿਦਵਾਨ ਪੁਰਸ਼ ਸਮਝਾਉਂਦੇ ਨੇ ਵੀ ਜਦੋਂ ਹੰਸ ਗੁਲਾਮ ਹੋਇਆ ਤੇ ਤਰਲੇ ਲੈਂਦਾ ਹੈ, ਮੈਂ ਚਿੱਟਾ ਕਊਆ ਨਹੀਂ ਹਾਂ, ਮੈਂ ਹੰਸ ਹਾਂ, ਕਿਉਂ ਭੁਲੇਖਾ ਖਾਂਦੇ ਹੋ, ਮੇਰਾ ਇਹ ਕਰਮ ਨਹੀਂ ਹੈ ਗੰਦ ਫੈਲਾਉਣਾ ਇੱਥੇ। ਹੁਣ ਉਹ ਕਿੱਥੇ ਬਖਸ਼ਦੇ ਨੇ? ਕੁਸੰਗਤ ਦਾ ਫਲ ਤੇ ਮਿਲਣਾ ਸੀ, ਹੰਸ ਮਾਰਿਆ ਗਿਆ, ਸਜ਼ਾ ਤੇ ਮਿਲਣੀ ਸੀ। ਯਾਦ ਰੱਖਿਓ, ਜਿਹੜੇ ਨਿੰਦਿਤ ਪੰਛੀ ਨੇ ਕਊਏ ਵਰਗੇ, ਉਹਨਾਂ ਗੰਦਗੀ ਫਰੋਲਣੀ ਹੈ, ਉਹਨਾਂ ਦੀ ਸੰਗਤ ਵਿੱਚ ਤੁਸੀਂ ਵੀ ਗੰਦਗੀ ਫਰੋਲੋਗੇ। ਸਾਕਤ ਬੰਦੇ ਦਾ ਸਾਥ ਠੀਕ ਨਹੀਂ ਹੈ। ਦੂਜੇ ਭਾਏ ਦੁਸ਼ਟਾਂ ਕਾ ਵਾਸਾ, ਭੌਂਦੇ ਫਿਰ ਹੈ ਬਹੁ ਮੋਹ ਪਿਆਸਾ। ਕੋ ਸੰਗਤ ਬਹ ਹੈ ਸਦਾ ਦੁੱਖ ਪਾਵਹਿ, ਦੁੱਖੋ ਦੁੱਖ ਕਮਾਇਆ। ਕੋ ਸੰਗੀ ਦੀ ਸੰਗਤ ਕਰੋਗੇ ਤੇ ਤੁਹਾਨੂੰ ਵੀ ਦੁੱਖ ਮਿਲੇਗਾ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ। ਉਹ ਝੂਲੈ ਉਹ ਚੀਰੀਐ, ਸਾਕਤ ਸੰਗ ਨਾ ਹੇਰ। ਕਹਿੰਦੇ ਦੇਵਨੇਤ ਐਸੀ ਹੋਈ, ਕੇਲਿਆਂ ਦੇ ਰੁੱਖ ਦੇ ਪਾਸ ਬੇਰੀ ਉੱਗੀ ਸੀ, ਹਵਾ ਆਉਂਦੀ ਹੈ ਤੇ ਉਹ ਕੇਲਿਆਂ ਦੇ ਜਿਹੜੇ ਪੱਤੇ ਨੇ ਫੜਫੜਾਉਂਦੇ ਨੇ, ਬੇਰੀ ਨਾਲ ਟਕਰਾਉਂਦੇ ਨੇ, ਚੀਰੇ ਜਾਂਦੇ ਨੇ। ਕਹਿੰਦੇ ਸਜ਼ਾ ਪਾ ਰਿਹਾ ਹੈ ਕੇਲਿਆਂ ਦਾ ਰੁੱਖ ਬੇਰੀ ਦੀ ਸੰਗਤ ਵਿੱਚ ਉੱਗ ਕੇ। ਸੋ ਯਾਦ ਰੱਖਿਓ, ਸਾਕਤ ਸਿਉ ਐਸੀ ਪ੍ਰੀਤ ਹੈ, ਬੂਝਹੁ ਗਿਆਨੀ ਰੰਗ। ਗੁਰੂ ਨਾਨਕ ਸਾਹਿਬ ਕਹਿੰਦੇ ਏਦਾਂ ਸਾਕਤ ਦੀ ਸੰਗਤ ਦੁਖਦਾਇਕ ਹੈ। ਸਾਕਤ ਦਾ ਸੰਗ ਨਹੀਂ ਕਰਨਾ ਚਾਹੀਦਾ, ਮਾੜੇ ਬੰਦੇ ਦਾ ਸੰਗ ਨਹੀਂ ਕਰਨਾ ਚਾਹੀਦਾ। ਵੇਖੋ, ਜਦੋਂ ਸਾਕਤ ਲਫ਼ਜ਼ ਦੀ ਡੂੰਘਾਈ ਤੁਸੀਂ ਮਾਪਦੇ ਹੋ, ਜੇ ਭਾਰਤ ਵਰਸ਼ ਵਿੱਚ ਇਸ ਲਫ਼ਜ਼ ਦਾ ਅਰਥ ਵੇਖਣਾ ਹੈ ਤੇ ਸੰਸਕ੍ਰਿਤ ਵਿੱਚ ਸ਼ਾਕਤ ਕਹਿੰਦੇ ਨੇ, ਦੁਰਗਾ ਉਪਾਸ਼ਕ ਨੂੰ ਵੀ ਕਹਿੰਦੇ ਨੇ ਸ਼ਕਤੀ ਦਾ ਜੋ ਉਪਾਸ਼ਕ ਹੈ। ਜੇ ਤੁਸੀਂ ਇਹਦਾ ਅਰਥ ਅਰਬੀ ਵਿੱਚ ਵੇਖਣਾ ਹੈ ਤੇ ਸਾਕਤ ਪਤਤ ਬੰਦੇ ਨੂੰ, ਡਿੱਗੇ ਬੰਦੇ ਨੂੰ ਕਿਹਾ ਜਾਂਦਾ। ਗੁਰਬਾਣੀ ਵਿੱਚ ਸਾਕਤ ਲਫ਼ਜ਼ ਅਰਬੀ ਦਾ ਲਿਆ ਗਿਆ ਹੈ। ਬਾਣੀ 'ਚ ਕਈ ਭਾਸ਼ਾਵਾਂ ਨੇ,
इत्थे असीं समझना है वाहिगुरू तो जो मुनकर बंदा है, जो गुरु नाल प्रीति नहीं करता, महाराज समझाउंदे ने ओ ज्ञानी बड़ा सूझवान है, ज्ञान है तेरे कोल, पर की कर रहा है, क्यों साकत दी संगत बह गया है, क्यों इहदे नाल प्रीत करदा है, क्यों इहदे रंग विच रंगिया होया है। सजा पावेंगा जिनको प्रीत नाही हर सेती, ते साकत मूड़ नरकाचे, तिनको जन्म मरण अत भारी विच विस्टा मर मर पाचे। साकत ਉਹ ਜਿਹੜਾ ਰੱਬ ਨਾਲ ਪ੍ਰੀਤ ਨਹੀਂ ਪਾਉਂਦਾ, ਸਾਕਤ ਨੂੰ ਜਨਮ ਮਰਨ ਹੈ, ਵਿਸ਼ਟਾ ਦਾ ਕੀੜਾ ਬਣੇਗਾ। ਦੇ ਸਫਰ ਦਾ ਮੋਸਟ ਐਕਸਟ੍ਰੀਮ ਐਗੋਨੀਜ਼, ਬੜੇ ਵੱਡੇ ਦੁੱਖ ਪਾਉਣੇ ਪੈਂਦੇ ਨੇ ਸਾਕਤਾਂ ਨੂੰ, ਉਹਨਾਂ ਦੀ ਸੰਗਤ ਨਾ ਕਰੋ। ਸੰਤਾਂ ਸੇਤੀ ਰੰਗ ਨਾ ਲਾਏ, ਸਾਕਤ ਸੰਗ ਵਿਕਰਮ ਕਮਾਏ। दुर्लभ देह खोई अज्ञानी, जड़ अपनी आप उपाड़ी जियो। संतां दी संगत नहीं कीती, साकतां दा संग कीता, अपनी जड़ आपे पुट लई। सो महाराज दीन दुनिया दे मालक सानू समझाउंदे ने, भाई जी साकत दी संगत नहीं करनी। मेरे मन नाम बिना जो दूजै लागे, ते साकत नर जम कुटिया, ते साकत चोर जिन्ना नाम विसारिया। मन तिन्ना कै निकट ना पिटिया। साकतां दे नेड़े नहीं जाना, उन्हां दा बचन नहीं सुनना। कबीर जी क्यों ना सुनिए, कबीर साकत संग ना कीजिए। दूर रह जाइए भाग बासन कारो, परसिए तो कश लागै दाग। कबीर जी कहंदे साकत काला भांडा है, ते तैनू कालख लग जानी है, तैनू निंदा दी शाही लग जानी है। उन्हें ते खपना ही है, उन्हें ते दुख पाउणे ही ने, उन्हें ते डुबना ही है, तू भी डुब जावेंगा। फिर करना की चाहिदा है? गुरु नानक साहब अगे हुक्म करदे ने, संत सभा जयकार कर, गुरमुख कर्म कमाओ। साधुआं दी संगत कर, उन्हां दी जय जयकार करया कर। संत किसनूं कहा है? संत दा भाव है शांत, ਜਿਹਦੇ इंद्रे शांत ने, ਜਿਹਦਾ मन शांत है, काबू विच है। सभा दा मतलब मजलस, तमाम संत साधुआं दी सभा, सत संगत भी तुसी कह लवो, उन्हां दी जय जयकार करया कर, उन्हां दे जयकारे लाया कर। हे गुरमुख जनो, तुसी साधुआं दी संगत च ही बहना है, साकत कोल नहीं बहना। पता कोई नहीं है कदों दाग लग जावे। तुसी नेक कर्म ही करने ने। मिलदा की है? साधुआं दी संगत विच महाराज कहंदे ने, भाई रे संत जना की रेण, संत सभा गुर पाईऐ, मुक्त पदार्थ तेण। साधुआं दी संगत च गुरु मिलदा है, गुरु दी किरपा होवे ते परमात्मा मिलदा है, परमात्मा मिल पवे ते मुक्ति मिलदी है। सो साधुआं दी सभा दी सदा ही जय जयकार करो। गुरमुखो ये कर्म करो, सागतां तो दूरी रखो। अगे गुरु नानक साहब कहंदे ने, निर्मल नावण नानका, गुर तीरथ दरियाओ। साधुआं दी संगत बह गए, पाक पवित्र गुरु नानक साहब दी हजूरी सारे बैठे सन, और गुरु दी बाणी नाल मन दा इशनान करवाया ते मन निर्मल हो गया। काम क्रोध लोभ मोह हंकार दी मैल लै गई। गुरु महान तीरथ है, जो मैल तो रहत तैनू कर दवेगा। गुरु महान नाम दा दरियाओ है, जेड़ा तैनू मुक्ति दवा दवेगा। तीरथ पूरा सतगुरु, जो अनदिन हर हर नाम ध्याए, ओह आप छुटा कुटंब स्यों, दे हर हर नाम सब श्रेष्ठ छड़ाए। गुरु आप मुक्त बुलंद हस्ती परमात्मा दा स्वरूप है। जेड़ा ओदी संगत गया वो आप ते मुक्त होवेगा। कुटंब सहित निजात ओनू मिलनी है। ही इज सेव्ड अलॉन्ग विद हिज फैमिली। परिवार भी तेरा मुक्त हो जाएगा जे गुरु दे दर ते आवेगा। ऐसी मेरे गुरु नानक साहब दी उपमा है, वडियाई है। सागतां दी संगत छड्डो, गुरमुखां दी संगत करो ते मुक्ति मिलेगी। वाहिगुरू जी का खालसा, वाहिगुरू जी की फतेह।